ਵੱਲੋਂ ਲੱਖ ਲੱਖ ਵਧਾਈਆਂ ਹੋਣ। ਨਾਲ ਹੀ ਸ਼੍ਰੋਮਣੀ ਭਗਤ ਧੰਨਾ ਜੀ ਦਾ ਵੀ ਪ੍ਰਕਾਸ਼ ਦਿਹਾੜਾ ਹੈ, ਉਸ ਦੀਆਂ ਵੀ ਆਦ ਸੰਗਤਾਂ ਨੂੰ ਗੁਰੂ ਘਰ ਵੱਲੋਂ ਲੱਖ ਲੱਖ ਵਧਾਈਆਂ ਹੋਣ। 23 ਤਰੀਕ ਸ਼ਨੀਵਾਰ ਨੂੰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। 9ਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਕੱਲ੍ਹ ਨੂੰ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ ਜੀ। ਦੋਨੋਂ ਹੀ ਗੁਰਦੁਆਰਾ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਆਪ ਜੀ ਨੇ ਸਾਰੇ ਪ੍ਰੋਗਰਾਮਾਂ 'ਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ। 23 ਤਰੀਕ ਸ਼ਨੀਵਾਰ ਨੂੰ ਆਪਣੇ ਇਸ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋ ਰਿਹਾ। 10 ਵਜੇ ਅੰਮ੍ਰਿਤ ਵੇਲਾ ਕੀ ਸੱਜਣ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨਗੇ। ਆਓ ਸਤਸੰਗਤ ਜੀ ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ, ਜਿਨ੍ਹਾਂ ਵੱਲੋਂ ਕਿ ਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਗਈ ਸੀ, ਉਹ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਕੱਲ੍ਹ ਨੂੰ ਇਸ ਕਥਾ ਦੀ ਸਮਾਪਤੀ ਹੋਣੀ ਹੈ, ਭੋਗ ਪੈਣੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਪਲੀਜ਼ ਜ਼ਰੂਰ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਨਾਲ ਭਾਈ ਸਾਹਿਬ ਤੋਂ ਆਪਾਂ ਕਥਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਭਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਉਦਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਜੋਏ ਲੋਹ ਕੀ ਪਹਰਸ ਅੰਗ, ਇਮਲਾਏ ਦੀਵਾਨ ਨਿਤ ਬਹਿ ਨਿਹੰਗ। ਸੋ ਜੋਏ ਲੋਹ ਕੀ ਪਹਰਸ ਅੰਗ, ਇਮਲਾਏ ਦੀਵਾਨ ਨਿਤ ਬਹਿ ਨਿਹੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਦੀ ਕਿਰਪਾ ਨਾਲ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਇਹ ਸਮਾਂ ਪ੍ਰਾਪਤ ਹੋਇਆ। ਬੜਾ ਹੀ ਭਾਗਾਂ ਵਾਲਾ ਦਿਨ ਹੈ ਅੱਜ। ਦੁੱਖ ਨਿਵਾਰਨ ਸੰਕਟ ਹਰਨ ਸਤਿਗੁਰੂ
ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। 401ਵਾਂ ਪ੍ਰਕਾਸ਼ ਪੁਰਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵਿਸ਼ਵ ਭਰ ਦੇ ਵਿੱਚ ਖਾਲਸਾ ਪੰਥ ਵੱਲੋਂ ਬੜੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਪਰਥਾਏ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਪਾਕ ਬੋਲ ਨੇ, ਤੇਗ ਬਹਾਦਰ ਆਸਰਾ ਪਾ ਅਫਜ਼ਾਲ, ਜ਼ੀਨਤ ਜ਼ਰਾਏ ਮਹਿਫਲੇ ਜਾਹੋ ਜਲਾਲ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਗੁਰੂ ਕਿਆ ਸਿੱਖਾ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਵਿੱਚ ਇਹ ਤਾਕਤ ਹੈ, ਇਹ ਰਹਿਮਤ ਹੈ। ਗੁਰੂ ਤੇਗ ਬਹਾਦਰ ਆਸਰਾ ਪਾ ਅਫਜ਼ਾਲ ਕਹਿੰਦੇ, ਜਿਹੜਾ ਵੀ ਕੋਈ ਬੰਦਾ ਇੱਕ ਵਾਰ ਆਪਣੀ ਜ਼ੁਬਾਨ ਤੋਂ ਧੰਨ ਗੁਰੂ ਤੇਗ ਬਹਾਦਰ ਕਹਿ ਦਵੇ, ਸਿਰ ਤੋਂ ਲੈ ਕੇ ਪੈਰਾਂ ਤੱਕ ਰੱਬ ਦੀ ਬਖਸ਼ਿਸ਼ਾਂ ਦਾ ਮਾਲਕ ਹੋ ਜਾਂਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਸਾਰੇ ਹੀ ਦੋਵੇਂ ਹੱਥ ਜੋੜ ਕੇ ਆਖੋ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਦੂਸਰਾ ਬਚਨ ਭਾਈ ਨੰਦ ਲਾਲ ਸਾਹਿਬ ਨੇ ਕੀਤਾ, ਜੀਨਤ ਜਰਾਏ ਮਹਿਫਲੇ ਜਾਹੋ ਜਲਾਲ। ਕਹਿੰਦੇ, ਜਿਸ ਇਕੱਠ ਦੇ ਵਿੱਚ, ਜਿਸ ਸੰਗਤ ਦੇ ਵਿੱਚ, ਜਿਸ ਦੀਵਾਨ ਦੇ ਵਿੱਚ ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈ ਲਿਆ ਜਾਵੇ, ਉਸ ਸੰਗਤ ਦੇ ਇਕੱਠ ਦੇ ਵਿੱਚ ਪਰਮਾਤਮਾ ਦੀਆਂ ਨੂਰਾਨੀ ਤਾਕਤਾਂ ਵਰਤਣ ਲੱਗ ਪੈਂਦੀਆਂ। ਇਸੇ ਕਰਕੇ ਇੱਕ ਵਿਦਵਾਨ ਨੇ ਕਿਹਾ, ਤੇਗ ਬਹਾਦਰ ਜਨਮਿਆ ਵੱਡ ਯੋਧਾ ਬਲਵਾਨ, ਜਿਸ ਦੀ ਕੋਈ ਮਿਸਾਲ ਨਾ ਮਿਲਦੀ ਵਿੱਚ ਜਹਾਨ। ਵਿਸਾਖ ਵਦੀ 5 ਸੰਮਤ 1678 ਬਿਕਰਮੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਸ਼੍ਰੀ ਭੋਰਾ ਸਾਹਿਬ ਵਿਖੇ ਸਤਿਗੁਰੂ ਦਾ ਆਗਾਜ਼ ਹੋਇਆ। ਅੰਮ੍ਰਿਤਸਰ ਦੀ ਧਰਤੀ ਤੇ ਗੁਰਦੁਆਰਾ ਗੁਰੂ ਕਾ ਮਹਿਲ, ਗੁਰੂ ਕੀਆ ਸਿੱਖ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ। ਗੁਰਦੁਆਰਾ ਗੁਰੂ ਕਾ ਮਹਿਲ ਹੇਠਾਂ ਭੋਰਾ ਸਾਹਿਬ ਹੈ, ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੋਇਆ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਹਰਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੰਜਵੇਂ ਸਾਹਿਬਜ਼ਾਦੇ ਦੇ ਜਨਮ ਦੀ ਖਬਰ ਮਿਲੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖੁਦਾ ਦਾ, ਪਰਮਾਤਮਾ ਦਾ ਸ਼ੁਕਰ। ਉਸ ਤੋਂ ਬਾਅਦ ਕੀਰਤਨੀਏ ਸਿੰਘਾਂ ਨੂੰ ਕਿਹਾ ਵੀ ਉਹ ਸ਼ਬਦ ਪੜਿਆ ਜਾਵੇ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਇਹ ਸ਼ਬਦ ਪੜਵਾਇਆ। ਆਸਾ ਕੀ ਵਾਰ ਦਾ ਭੋਗ ਪਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਕੇ ਮਹਿਲ ਵਿਖੇ ਆਏ ਨਵ ਜਨਮੇ ਬਾਲਕ ਦੇ ਦੀਦਾਰਿਆਂ ਵਾਸਤੇ। ਤੇ ਖਾਲਸਾ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ, ਕਹਿੰਦੇ ਗੁਰੂ ਤੇਗ ਬਹਾਦਰ ਜੀ ਨਵ ਜਨਮੇ ਬਾਲਕ ਦੇ ਰੂਪ ਵਿੱਚ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਨਵ ਜਨਮੇ ਬਾਲਕ ਦੇ ਪੈਰਾਂ ਵੱਲ ਖੜ ਕੇ ਡੰਡੌਤ ਕਰ ਦਿੱਤੀ, ਸਿਜਦਾ ਕਰ ਦਿੱਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਬਾਲਕ ਨੂੰ ਡੰਡੌਤ ਕੀਤੀ ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਬੋਲ ਨੇ, ਤਬ ਗੁਰ ਸਿਸ ਕੋ ਬੰਧਨ ਕੀਨੀ ਅਤ ਹਿਤ ਚਿਤ ਲਾਏ, ਵਿਧਿਆ ਕਹਿ ਕਸ ਬੰਧਨ ਕੀ ਕਹੋ ਮੋਹਿ ਸਮਝਾਏ। ਬਾਬਾ ਬਿਧੀ ਚੰਦ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਇਹ ਤਾਂ ਨਿਰਾਲਾ ਕਰਮ ਹੈ। ਬਾਲਕ ਅੱਗੇ ਵੀ ਆਏ, ਸਾਹਿਬਜ਼ਾਦੇ ਅੱਗੇ ਵੀ ਘਰ ਦੇ ਵਿੱਚ ਜਨਮੇ, ਪਰ ਅੱਜ ਤੱਕ ਕਿਸੇ ਵੀ ਬਾਲਕ ਦੇ ਪੈਰਾਂ ਵੱਲ ਖੜ ਕੇ ਆਪ ਜੀ ਨੇ ਡੰਡੌਤ ਨਮਸਕਾਰ ਨਹੀਂ ਕੀਤੀ। ਇਸ ਪੰਜਵੇਂ ਸਾਹਿਬਜ਼ਾਦੇ ਦੇ ਪੈਰਾਂ ਵੱਲ ਖੜ ਕੇ ਡੰਡੌਤ ਦਾ ਨਮਸਕਾਰ ਦਾ ਕਾਰਨ ਕੀ ਹੈ? ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਇਹ ਕੋਈ ਆਮ ਬਾਲਕ ਨਹੀਂ, ਇਹ ਦੁੱਖ ਨਿਵਾਰਨ ਸੰਕਟ ਹਰੈ ਹੋਊ ਅਨਾਥਾਂ ਕਾ ਨਾਥ। ਇਹ ਉਹ ਬਾਲਕ ਹੈ ਜਿਹੜਾ ਇਸ ਬਾਲਕ ਦਾ ਇੱਕ ਵਾਰ ਆਪਣੇ ਰਸਨਾ ਤੋਂ ਨਾਮ ਵੀ ਲੈ ਲਵੇਗਾ, ਉਹ ਸਦਾ ਸਦਾ ਵਾਸਤੇ ਦੁੱਖਾਂ ਤੋਂ ਛੁਟਕਾਰਾ ਪਾ ਜਾਵੇਗਾ। ਤੇ ਜਿਹੜਾ ਵੀ ਇਸ ਬਾਲਕ ਦਾ ਨਾਮ ਲਵੇਗਾ, ਉਸ ਦੇ ਘਰ ਦੇ ਵਿੱਚ ਰੱਬ ਦੀਆਂ ਨੂਰਾਨੀ ਤਾਕਤਾਂ ਵਰਤਣ ਲੱਗ ਜਾਣਗੀਆਂ। ਦੁੱਖ ਨਿਵਾਰਨ ਸੰਕਟ ਹਰੈ ਹੋਊ ਅਨਾਥਾਂ ਕਾ ਨਾਥ। ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ
ਤੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੁਭਾਅ ਬਾਰੇ ਇਤਿਹਾਸ ਦੇ ਵਿੱਚ ਬੋਲ ਨੇ, ਅਤ ਨਿਮਰ ਭੂਖ ਬੀਰ ਗਤ ਦਿਆਲ, ਰਾਜ ਵੇਖ ਬੈਰਾਗ ਵਿਸਾਲ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਦਰਬਾਰ ਵਿੱਚ ਆਉਣਾ, ਸਤਿਗੁਰੂ ਦੇ ਨੇਤਰ ਸਦਾ ਵੈਰਾਗ ਦੇ ਜਲ ਨਾਲ ਭਰੇ ਰਹਿਣੇ, ਸਤਿਗੁਰੂ ਦੇ ਨੇਤਰ ਸਦਾ ਗੁਰੂ ਚਰਨਾਂ ਵਿੱਚ ਟਿਕੇ ਰਹਿਣੇ, ਤੇ ਸੰਗਤ ਵਿੱਚ ਸਭ ਤੋਂ ਪਿਛਾਂਹ ਜਾ ਕਰਕੇ ਸਤਿਗੁਰਾਂ ਨੇ ਬੈਠਣਾ। ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਸ਼ੁਰੂਆਤ ਇਬਾਦਤ ਤੋਂ ਹੈ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਵਿੱਚ ਸ਼ਹਾਦਤ ਦਾ ਕਲਸ਼ ਝੁੱਲ ਰਿਹਾ। ਵੈਰਾਗ ਤੋਂ ਅਨੁਰਾਗ ਤੇ ਅਨੁਰਾਗ ਤੋਂ ਤਿਆਗ ਤੱਕ ਦਾ ਸਫ਼ਰ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ। ਗੁਰੂ ਤੇਗ ਬਹਾਦਰ ਜੀ ਨੇ ਸੰਗਤ ਵਿੱਚ ਕਿਸੇ ਨਾਲ ਬਹੁਤਾ ਬੋਲ ਚਾਲ ਨਾ ਰੱਖਣਾ, ਸਦਾ ਵੈਰਾਗ ਵਿੱਚ ਰਹਿਣਾ, ਸੰਗਤ ਵਿੱਚ ਸਭ ਤੋਂ ਪਿਛਾਂਹ ਬੈਠਣਾ। ਕਹਿੰਦੇ 5-7 ਸਾਲ ਦੀ ਉਮਰ ਸੀ। ਇੱਕ ਦਿਨ ਕਿਸੇ ਸੱਜਣ ਨੇ ਕਿਹਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕਿ ਦੂਸਰੇ ਸਾਹਿਬਜ਼ਾਦੇ ਵੀ ਮਸੰਦਾਂ ਨਾਲ ਬੋਲ ਚਾਲ ਰੱਖਦੇ, ਸੰਗਤਾਂ ਨਾਲ ਬੋਲ ਚਾਲ ਰੱਖਦੇ, ਭੇਟਾਵਾਂ ਲੈਂਦੇ, ਪਰ ਤੁਸੀਂ ਕਿਸੇ ਨਾਲ ਬਹੁਤਾ ਬੋਲ ਚਾਲ ਨਹੀਂ ਰੱਖਦੇ, ਭੇਟਾਵਾਂ ਵੱਲ ਤੁਹਾਡਾ ਧਿਆਨ ਨਹੀਂ, ਮਾਇਆ ਵੱਲ ਤੁਹਾਡਾ ਕੋਈ ਬਹੁਤਾ ਰੁਝਾਨ ਨਹੀਂ, ਇਹਦਾ ਕਾਰਨ ਕੀ ਹੈ? ਤੇ 5-7 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਸੱਜਣਾ, ਮੇਰਾ ਗੁਰੂ ਨਾਨਕ ਗਰੀਬਾਂ ਨੂੰ ਨਵਾਜਦਾ ਹੈ, ਜੇ ਗਰੀਬ ਬਣ ਕੇ ਉਹਦੇ ਦਰ ਤੇ ਆਵਾਂਗਾ ਤਾਈ ਤੇ ਮੈਨੂੰ ਨਵਾਜੇਗਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਇਸ ਇਬਾਦਤ ਭਰੇ ਜੀਵਨ ਨੂੰ ਵੇਖ ਕਰਕੇ ਇੱਕ ਦਿਨ ਕਿਸੇ ਨੇ ਇਬਾਦਤ ਦੇ ਪੜਾਅ ਬਾਰੇ ਪੁੱਛਿਆ ਵੀ ਭਗਤੀ ਦੇ ਪੜਾਅ ਕੀ ਨੇ? ਸਤਿਗੁਰੂ ਕਹਿੰਦੇ 3 ਪੜਾਅ ਨੇ ਭਗਤੀ ਦੇ। ਸਭ ਤੋਂ ਪਹਿਲਾ ਪੜਾਅ ਤੇ ਭਗਤੀ ਦਾ ਇਹ ਹੈ ਕਿ ਉਹਨਾਂ ਚੀਜ਼ਾਂ, ਉਹਨਾਂ ਕੰਮਾਂ ਤੋਂ ਆਪਣੇ ਮਨ ਨੂੰ ਹਟਾਉਣਾ ਜਿਨ੍ਹਾਂ ਕੰਮਾਂ ਦੇ ਨਾਲ ਪ੍ਰਮਾਤਮਾ ਭੁੱਲਦਾ। ਜਿਨ੍ਹਾਂ ਕਰਮਾਂ ਦੇ ਨਾਲ ਪ੍ਰਮਾਤਮਾ ਭੁੱਲਦਾ ਉਹ ਕਰਮ ਨਹੀਂ ਕਮਾਉਣੇ। ਦੂਸਰਾ ਪੜਾਅ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਸਦਾ ਜੀਵਨ ਦੇ ਵਿੱਚ ਗੰਭੀਰ ਰਹਿ ਕਰਕੇ ਪ੍ਰਮਾਤਮਾ ਦੀ ਭਗਤੀ ਕਰਨੀ ਰੋਜ਼ਾਨਾ ਨੇਮ ਦੇ ਨਾਲ। ਤੇ ਤੀਸਰਾ ਪੜਾਅ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਉਸ ਚੇਤ ਅਚੇਤ ਵਾਹਿਗੁਰੂ ਪ੍ਰਮਾਤਮਾ ਦੀ ਜੋਤ ਦੇ ਦੀਦਾਰੇ ਕਰਦੇ ਰਹਿਣਾ। ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ 26 ਸਾਲ 9 ਮਹੀਨੇ 15 ਦਿਨ ਭਾਰੀ ਤਪੱਸਿਆ ਕਰਦੇ ਨੇ, ਪ੍ਰਮਾਤਮਾ ਦੀ ਬੰਦਗੀ ਕਰਦੇ। ਤੇ ਖਾਲਸਾ ਜੀ, ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਛੱਲ ਬਾਣੇ ਨੇ ਫਰਿਆਦ ਕੀਤੀ, ਮੈਂ ਬੇਨਤੀ ਅਕਸਰ ਕਰਦਾ ਵੀ ਇਹ ਸਤਿਗੁਰੂ ਤੇ ਏਡਾ ਦਿਆਲੂ ਹੈ, ਕੋਈ ਗੁਰੂ ਤੇਗ ਬਹਾਦਰ ਕੋਲੋਂ ਸੁੱਖ ਮੰਗੇ, ਆਪਣੇ ਕਾਰੋਬਾਰਾਂ ਵਿੱਚ ਵਾਧਾ ਮੰਗੇ, ਗੁਰੂ ਤੇਗ ਬਹਾਦਰ ਆਪਣੇ ਤਨ ਦਾ ਮੋਢਾ ਲਾ ਕੇ ਉਹਦੇ ਕਾਰੋਬਾਰ ਦਾ ਡੁੱਬਦਾ ਬੇੜਾ ਬੰਨੇ ਲਾਉਂਦੇ ਨੇ। ਇਹ ਸਤਿਗੁਰੂ ਏਡਾ ਦਿਆਲੂ ਹੈ, ਇੱਥੇ ਕੋਈ ਝੋਲੀ ਅੱਡ ਕੇ ਗੁਰੂ ਤੇਗ ਬਹਾਦਰ ਤੋਂ ਸਤਿਗੁਰੂ ਦਾ ਸਿਰ ਮੰਗ ਲਵੇ, ਗੁਰੂ ਤੇਗ ਬਹਾਦਰ ਚਾਂਦਨੀ ਚੌਕ ਜਾ ਕੇ ਸਿਰ ਧੜ ਦੀ ਬਾਜੀ ਲਾ ਦਿੰਦੇ ਆ, ਪਰ ਆਪਣੇ ਦਰ ਤੇ ਆਏ ਹੋਏ ਸੱਜਣ ਨੂੰ ਖਾਲੀ ਝੋਲੀ ਨਹੀਂ ਜਾਣ ਦਿੰਦੇ। ਖਾਲਸਾ ਜੀ, ਕਹਿੰਦੇ ਬਾਬੇ ਬਕਾਲੇ ਦੀ ਧਰਤੀ ਤੇ ਮੱਖਣ ਛੱਲ ਬਾਣੇ ਨੇ ਜਦੋਂ ਸਤਿਗੁਰੂ ਨੂੰ ਉਜਾਗਰ ਕੀਤਾ ਤੇ ਹੋਕਾ ਦਿੱਤਾ, ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ਮਾਨ ਹੋਏ ਤੇ ਕਹਿੰਦੇ ਸ਼ੀਹਾ ਮਸੰਦ ਦੀ ਸ਼ਹਿ ਦੇ ਉੱਤੇ ਉੱਥੇ ਧੀਰਮਲ ਨੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ। ਤੇ ਪਹਿਲਾ ਬਚਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਹੱਥ ਝਾੜ ਕੇ ਵੀ ਕਿਹਾ, ਕਹਿੰਦੇ 26 ਸਾਲ 9 ਮਹੀਨੇ 15 ਦਿਨਾਂ ਦੇ ਇਸ ਜਗ੍ਹਾ ਦੇ ਉੱਤੇ ਰੱਬ ਦੀ ਬੰਦਗੀ ਕਰ ਰਹੇ ਸਾਂ, ਕਿਸੇ ਨੇ ਕੁਝ ਕਿਹਾ ਨਹੀਂ। ਅੱਜ ਮਾਇਆ ਆਈ ਹੈ ਤੇ ਮਾਇਆ ਦੇ ਆਉਣ ਦੇ ਨਾਲ ਹੀ ਝਗੜੇ ਵੀ ਸ਼ੁਰੂ ਹੋ ਗਏ। ਭਾਵ ਜਿੱਥੇ ਮਾਇਆ ਆ ਜਾਂਦੀ ਉੱਥੇ ਝਗੜੇ ਆਉਂਦੇ। ਮਾਇਆ ਹੋਏ ਨਾਗਨੀ ਜਗਤ ਰਹੀ ਲਪਟਾਏ। ਸੋ ਖਾਲਸਾ ਜੀ, ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਸੁਭਾਅ ਸਦਾ ਵੈਰਾਗ ਤੇ ਤਿਆਗ ਵਾਲਾ, ਤੇ ਜੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 31 ਰਾਗ ਨੇ। 31 ਰਾਗਾਂ ਦੇ ਵਿੱਚੋਂ 15 ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਦੀ ਬਾਣੀ ਹੈ। 14 ਰਾਗ ਅਲੈਦਾ ਤੇ ਇੱਕ ਵੱਖਰਾ ਰਾਗ ਸਭ ਤੋਂ ਉਚੇਚੇ ਤੌਰ ਤੇ ਜੈਜਾਵੰਤੀ ਰਾਗ।
ਇਸ ਜੈਜਾਵੰਤੀ ਰਾਗ ਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਉਚਾਰਨ ਕੀਤੀ। 59 ਸ਼ਬਦ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸੁਭਾਇਮਾਨ ਅਤੇ ਦੋਹਰਿਆਂ ਸਮੇਤ 57 ਸ਼ਲੋਕ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਉਚਾਰੇ। ਤੇ ਸੋਰਠ ਅਤੇ ਗੌੜੀ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 21 ਸ਼ਬਦ ਉਚਾਰੇ, ਕਿਉਂਕਿ ਸੋਰਠ ਦਾ ਭਾਵ ਹੈ ਅੱਧੀ ਰਾਤ ਨੂੰ ਗਾਉਣ ਦਾ। ਸੋਰਠ ਰਾਗ ਦਾ ਸਮਾਂ ਹੈ ਅੱਧੀ ਰਾਤ ਨੂੰ ਗਾਉਣ ਦਾ, ਤੇ ਗੌੜੀ ਰਾਗ ਦਾ ਭਾਵ ਹੈ ਗੰਭੀਰ ਅਵਸਥਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਵੱਧ ਬਾਣੀ ਇਨ੍ਹਾਂ ਰਾਗਾਂ ਦੇ ਵਿੱਚ ਇਸ ਕਰਕੇ ਉਚਾਰੀ ਕਿ ਸਿੱਖਾ ਜੇ ਤੂੰ ਚਾਹੁੰਦਾ ਤੇਰੇ ਉੱਤੇ ਆ ਰਹੀ ਦੁੱਖਾਂ ਦੀ ਹਨੇਰੀ ਰਾਤ ਟਲ ਜਾਵੇ, ਇਸ ਕਰਕੇ ਅੱਧੀ ਰਾਤ ਨੂੰ ਉੱਠ ਕੇ ਗੰਭੀਰ ਹੋ ਕੇ ਪ੍ਰਮਾਤਮਾ ਦੀ ਭਗਤੀ ਕਰਿਆ ਕਰ। ਤੇ ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ, ਬਾਣੀ ਦਾ ਜਾਪ ਕਰਦਾ, ਬਾਣੀ ਦੀ ਬਰਕਤ ਦੇ ਨਾਲ ਉਹਦੇ ਕਰਮ ਬਦਲੇ ਜਾਂਦੇ ਨੇ, ਉਹਦੀ ਕਿਸਮਤ ਬਦਲੀ ਜਾਂਦੀ। ਖਾਲਸਾ ਜੀ, ਮੈਂ ਇੱਕ ਉਚੇਚੇ ਤੌਰ ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਸਤਿਗੁਰੂ ਦੇ ਮੁਖਵਾਕ ਨੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਧੁਰੋਂ ਦਰਗਾਹੋਂ ਆਇਆ ਹੋਇਆ ਫਰਮਾਨ ਹੈ। ਤੇ ਜੇ ਸੰਸਾਰ ਦੇ ਤਖਤੇ ਦੇ ਉੱਤੇ ਕੋਈ ਬੰਦਾ ਇਹ ਦਾਅਵਾ ਕਰੇ ਕਿ ਮੈਂ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਰੱਖਦਾ, ਮੈਂ ਗੁਰਬਾਣੀ ਨੂੰ ਬਦਲ ਸਕਦਾ, ਤੇ ਖਾਲਸਾ ਜੀ ਦੁਨੀਆ ਦੇ ਤਖਤੇ ਤੇ ਉਹਦੀ ਮੂਰਖਤਾ ਹੀ ਗਿਣੀ ਜਾਵੇਗੀ। ਦੁਨੀਆ ਵਿੱਚ ਕਿਸੇ ਵੀ ਬੰਦੇ ਨੂੰ ਨਾ ਤਾਂ ਅਧਿਕਾਰ ਹੈ ਤੇ ਨਾ ਹੀ ਕਿਸੇ ਬੰਦੇ ਨੂੰ ਇੰਨੀ ਸਮਰੱਥਾ ਹੈ ਕਿ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੋਵੇ। ਦੁਨੀਆ ਵਿੱਚ ਕੋਈ ਵੀ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਨਹੀਂ ਰੱਖਦਾ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਖਰਾਂ ਵਿੱਚ ਤਾਕਤ ਹੈ। ਜਿਹੜਾ ਬਾਣੀ ਦਾ ਜਾਪ ਕਰਦਾ, ਬਾਣੀ ਦੇ ਅੱਖਰ ਉਹਦਾ ਜੀਵਨ ਬਦਲ ਦਿੰਦੇ ਨੇ, ਉਹਦੀ ਕਿਸਮਤ ਬਦਲ ਦਿੰਦੇ ਨੇ, ਉਹਦੇ ਦੁੱਖ ਦੂਰ ਕਰ ਦਿੰਦੇ ਨੇ। ਤੇ ਮੈਂ ਇੱਕ ਨਿੱਕੀ ਜਿਹੀ ਆਪ ਸਭ ਸੰਗਤ ਦੇ ਚਰਨਾਂ ਦੇ ਵਿੱਚ ਸੁਚੇਤ ਹੋਣ ਵਾਸਤੇ ਬੇਨਤੀ ਕਰਾਂ ਕਿ ਖਾਲਸਾ ਪੰਥ ਦੇ ਉੱਤੇ ਬੜੇ ਤਰੀਕੇ ਦੇ ਨਾਲ ਹਮਲੇ ਕੀਤੇ ਜਾਂਦੇ, ਪਰ ਖਾਲਸਾ ਜੀ ਜਦੋਂ ਗੱਲ ਗੁਰੂ ਸ਼ਬਦ ਤੇ ਗੁਰੂ ਬਾਣੀ ਤੇ ਆਉਂਦੀ ਹੈ ਨਾ, ਤੇ ਗੁਰੂ ਕਾ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਵੀ ਕੋਈ ਗੁਰਬਾਣੀ ਵਿੱਚ ਬਦਲਾਵ ਕਰੇ, ਕਿਉਂਕਿ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਲਕ ਨੇ ਬਾਬਾ ਰਾਮ ਰਾਏ, ਜਿਨ੍ਹਾਂ ਗੁਰਬਾਣੀ ਦਾ ਇੱਕ ਅੱਖਰ ਬਦਲਿਆ, ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਜਿੱਧਰ ਮੁਖ ਹੈ ਉਧਰ ਚਲੇ ਜਾਣ, ਵਾਪਸ ਨਾ ਆਉਣ। ਸਾਡੇ ਨਾਲ ਅੱਜ ਤੋਂ ਬਾਅਦ ਕੋਈ ਨਾਤਾ ਨਹੀਂ, ਕਿਉਂਕਿ ਗੁਰਬਾਣੀ ਦੇ ਅੱਖਰ ਬਦਲੇ ਨੇ। ਤੇ ਜੇ ਅੱਜ ਕੋਈ ਅਮਰੀਕਾ ਦੇ ਵਿੱਚ ਬੈਠ ਕਰਕੇ ਥਮਿੰਦਰ ਸਿੰਘ ਆਨੰਦ ਨਾਮ ਦਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਬਦਲਾਵ ਕਰੇ, ਤੇ ਸਮੁੱਚੀ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਖਾਲਸਾ ਪੰਥ ਦੀਆਂ ਸਮੁੱਚੀਆਂ ਸੰਸਥਾਵਾਂ ਸੰਪਰਦਾਵਾਂ ਵੱਲੋਂ ਇਹ ਐਲਾਨ ਕੀਤਾ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੱਖਰਾਂ ਵਿੱਚ ਕੋਈ ਵੀ ਵਿਅਕਤੀ ਬਦਲਾਵ ਨਹੀਂ ਕਰ ਸਕਦਾ, ਕਿਉਂਕਿ ਬਾਣੀ ਕਿਸੇ ਵਿਅਕਤੀ ਦੀ ਨਹੀਂ, ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇਲਾ ਲੋ। ਸੋ ਉਸ ਥਮਿੰਦਰ ਸਿੰਘ ਆਨੰਦ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਵੀ ਜਾਰੀ ਹੋਏ ਨੇ ਕਿ ਇਹੋ ਜਿਹੀ ਕੋਈ ਹਰਕਤ ਨਾ ਕੀਤੀ ਜਾਵੇ। ਤੇ ਦਾਸ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਇਹ ਬੇਨਤੀ ਕਰਦਾ ਕਿ ਪੰਥ ਦੀ ਤਾਬਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਹੇਠ ਚੱਲੇ ਤਾਂ ਹੀ ਗੁਰੂ ਨਾਨਕ ਦਾ ਸਿੱਖ ਹੈ। ਤੇ ਜਿਹੜਾ ਪੰਥ ਦੀ ਤਾਬਿਆ ਚੱਲਦਾ ਹੈ, ਸਤਿਗੁਰੂ ਦੇ ਬਚਨ ਨੇ, ਆਗਿਆ ਚਲੇ ਪੰਥ ਕੀ ਖਾਏ ਨਾ ਜਮਕਾ ਬਾਣ, ਤਿਸ ਕੀ ਸਮਸਰ ਜੋ ਕਰੇ ਕੁਲ ਸੇਤੀ ਗਲਜਾਤ। ਕਿ ਪੰਥ ਦੀ ਆਗਿਆ ਵਿੱਚ ਚੱਲੇ ਤੇ ਜਮਦੂਤਾਂ ਦਾ ਬਾਣ ਨਹੀਂ ਵੱਜਦਾ, ਪਰ ਜਿਹੜਾ ਪੰਥ ਦੀ ਆਗਿਆ ਤੋਂ ਮੁਨਕਰ ਹੁੰਦਾ ਉਹ ਕੁਲਾਂ ਨਾਲ ਗਲ ਜਾਂਦਾ ਹੈ। ਤੇ ਜੋ ਪੰਥ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਦੇ ਹੇਠ ਸੰਪਰਦਾਵਾਂ ਚੱਲਦੀਆਂ, ਦਮਦਮੀ ਟਕਸਾਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸਮੁੱਚੇ ਤਰਨਾ ਦਿਲ, ਉਦਾਸੀ ਸੰਪਰਦਾਇ, ਨਿਰਮਲੇ ਸੰਪਰਦਾਇ, ਕਾਰ ਸੇਵਾ ਵਾਲੇ, ਸੇਵਾ ਪੰਥੀ ਮਹਾਂਪੁਰਖ,
ਉਹ ਸਾਰੇ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਨੂੰ ਮੰਨਦੇ, ਜਿਸ ਬੀੜ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ, ਜਿਸ ਨੂੰ ਆਪਾਂ ਦਮਦਮੀ ਬੀੜ ਕਹਿੰਦੇ ਆ। ਸੋ ਖਾਲਸਾ ਜੀ, ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ ਕਿ ਗੁਰਬਾਣੀ ਦੇ ਅੱਖਰਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਹੈ, ਜੋ ਸ਼ਲੋਕ ਮਹੱਲਾ 9ਵਾਂ ਆਪਾਂ ਦਰਸ਼ਨ ਕਰਦੇ ਹਾਂ, ਉਸ ਪਾਵਨ ਬਾਣੀ ਦਾ ਜਦੋਂ ਪ੍ਰੇਮ ਦੇ ਨਾਲ ਪਾਠ ਕੋਈ ਗੁਰੂ ਕਾ ਸਿੱਖ ਕਰਦਾ ਹੈ ਤੇ ਮਨ ਦੇ ਅੰਦਰ ਬੜਾ ਵੈਰਾਗ ਉਪਜਦਾ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦੱਸਦੀ ਹੈ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਕਿ ਸੱਜਣਾ, ਸੁੱਖਾਂ ਦੇ ਵਿੱਚ ਸਾਰੇ ਤੇਰੇ ਮਿੱਤਰ ਨੇ, ਪਰ ਚੇਤੇ ਰੱਖੀ ਦੁੱਖਾਂ ਦੇ ਵਿੱਚ ਕਿਸੇ ਨੇ ਤੇਰੀ ਬਾਹ ਨਹੀਂ ਪਕੜਨੀ, ਕੇਵਲ ਤੇ ਕੇਵਲ ਖੁਦਾ ਨੇ, ਪਰਮਾਤਮਾ ਨੇ ਤੇਰੀ ਬਾਹ ਪਕੜਨੀ। ਇਸੇ ਕਰਕੇ ਭਗਤ ਸਾਹਿਬ ਨੇ ਕਿਹਾ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹਾਂ ਦੇ। ਸੋ ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਿਨ੍ਹਾਂ ਪਰਥਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਨ ਕੀਤੇ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਖਾਲਸਾ ਜੀ, ਸੱਚ ਹੈ, ਦੁਨੀਆ ਦੇ ਤਖਤੇ ਤੇ, ਦੁਨੀਆ ਦੇ ਜਿਸ ਮਰਜੀ ਕੋਨੇ ਤੇ ਇੱਕ ਵਾਰ ਰਸਨਾ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲੈ ਕੇ ਵੇਖੋ। ਸਤਿਗੁਰੂ ਦਾ ਸਿੱਖ ਦੁਨੀਆ ਤੇ ਜਿਸ ਮਰਜੀ ਕੋਨੇ ਤੇ ਹੋਵੇ, ਗੁਰੂ ਨੂੰ ਆਵਾਜ਼ ਲਾਵੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਆਪਣੇ ਸਿੱਖ ਦੀ ਸਹਾਇਤਾ ਜ਼ਰੂਰ ਕਰਦੇ ਨੇ। ਇਹੋ ਕਾਰਨ ਸੀ ਕਿ ਮੱਖਣ ਸ਼ਾਹ ਲਬਾਣੇ ਨੇ ਆਵਾਜ਼ ਲਾਈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਡੁੱਬਦਾ ਬੇੜਾ ਵੀ ਬੰਨੇ ਲਾਉਂਦੇ। ਸੋ ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ। ਅਤੇ ਬੀਤੇ ਦਿਨੀ ਇਤਿਹਾਸ ਦੀ ਲੜੀ ਦੇ ਅੰਦਰ ਆਪ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਉਹਨਾਂ ਦਾ ਇਤਿਹਾਸ ਸਰਵਣ ਕਰ ਰਹੇ ਸੀ, ਜਿਨ੍ਹਾਂ ਦਾ ਅਸਥਾਨ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦੀ ਬੁੰਗਾ ਹੈ, ਜਿਨ੍ਹਾਂ ਨੇ 30,000 ਅਹਿਮਦ ਸ਼ਾਹ ਅਬਦਾਲੀ ਦੀ ਗਿਲਜੀਆਂ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ। ਤੇ ਦੁਨੀਆ ਦੇ ਇਤਿਹਾਸ ਵਿੱਚ ਕੇਵਲ ਤੇ ਕੇਵਲ ਇਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਐਸੇ ਸ਼ਹੀਦ ਨੇ, ਜਿਨ੍ਹਾਂ ਨੇ ਸ਼ਹੀਦੀ ਪਾਈ ਤੇ ਆਪਣੇ ਸੀਸ ਦੇ ਉੱਤੇ ਸਿਹਰਾ ਬਣ ਕੇ ਸ਼ਹੀਦੀ ਪਾਈ। ਕਿਉਂਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਸਿੰਘੋ, ਮੈਂ ਅੱਜ ਲਾੜੀ ਮੌਤ ਦੀ ਵਿਆਹੁਣੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਾਸਤੇ ਮੈਂ ਅੱਜ ਤਨ ਕੁਰਬਾਨ ਕਰਨਾ ਹੈ ਤੇ ਮੈਂ ਸ਼ਹੀਦੀ ਪਾਉਣੀ ਹੈ, ਲਾੜੀ ਮੌਤ ਦੀ ਵਿਆਹੁਣੀ ਹੈ। ਹੁਣ ਜਿੰਨੇ ਵੀ ਮੇਰੇ ਨਾਲ ਸ਼ਹੀਦੀ ਪਾਉਣੀ ਹੈ ਤਿਆਰ ਹੋ ਜਾਵੇ ਤੇ ਮੇਰੇ ਲਈ ਸਿਹਰਾ ਲਿਆਵੇ, ਕਿਉਂਕਿ ਮੈਂ ਸਿਹਰਾ ਬਣ ਕੇ ਫਿਰ ਅਬਦਾਲੀ ਦਾ ਟਾਕਰਾ ਕਰਾਂਗਾ। ਐਸੇ ਸੂਰਬੀਰ ਯੋਧੇ ਦਾ ਇਤਿਹਾਸ ਅੱਜ ਆਪਾਂ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਜੋਏ ਲੋਕੇ ਪਹਰਸ ਅੰਗ। ਸੋ ਜਿੱਥੇ ਆਪਾਂ ਬੀਤੇ ਦਿਨੀ ਸਰਵਣ ਕੀਤਾ ਕਿ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਅਕਾਲ ਤਖਤ ਸਾਹਿਬ ਵਿਖੇ ਸਜਿਆ ਕਰਦੇ, 12 ਵਜੇ ਤੋਂ ਬਾਅਦ ਹੀ ਅੱਧੀ ਰਾਤ ਨੂੰ ਚੌਂਕੜਾ ਲਾ ਕਰਕੇ ਨਿਤਨੇਮ ਸ਼ੁਰੂ ਕਰ ਦਿਆ ਕਰਦੇ। ਜਿੱਥੇ ਗੁਰੂ ਕੀ ਬਾਣੀ ਦਾ ਨਿਤਨੇਮ ਕਰਦੇ, ਅਕਾਲ ਉਸਤਤ ਦਾ ਪਾਠ ਕਰਦੇ, ਸੁਖਮਨੀ ਸਾਹਿਬ ਦਾ ਪਾਠ ਕਰਦੇ, ਆਸਾ ਕੀ ਵਾਰ ਦਾ ਨਿਤਨੇਮ ਕਰਦੇ, ਉੱਥੇ ਕਹਿੰਦੇ ਆਪਣੇ ਤਨ ਦੇ ਉੱਤੇ ਸਰਬਲੋ ਦੇ ਸ਼ਸਤਰ ਧਾਰਨ ਕਰਦੇ। ਜੋ ਕਲਗੀਧਰ ਜੀ ਦੇ ਬਚਨ ਨੇ ਕਿ ਬਿਨਾ ਸ਼ਸਤਰੰ ਕੇਸੰ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ। ਕਿ ਸ਼ਸਤਰਾਂ ਤੋਂ ਬਿਨਾ ਵਿਅਕਤੀ ਭੇਡ ਬੱਕਰੀ ਵਰਗਾ, ਕੋਈ ਵੀ ਕਿਸੇ ਨੂੰ ਕੰਨ ਤੋਂ ਪਕੜ ਕੇ ਕਿਤੇ ਵੀ ਲਿਜਾ ਸਕਦਾ। ਬਾਬਾ ਗੁਰਬਖਸ਼ ਸਿੰਘ ਜੀ ਤਣ ਤੇ ਸ਼ਸਤਰ ਸਜਾਉਂਦੇ ਤੇ ਲੋਹੇ ਦੀ ਸੰਜੋਗ ਪਹਿਨਦੇ, ਕਿਉਂਕਿ ਉਦੋਂ ਜੰਗਾ ਜੁਦਾ ਦਾ ਸਮਾਂ ਸੀ। ਸਦਾ ਖਾਲਸਾ ਤਿਆਰ ਬਰ ਤਿਆਰ ਰਹਿੰਦਾ। ਅੱਜ ਵੀ ਕੁਝ ਗਤਕੇ ਵਾਲੇ ਸ਼ਸਤਰ ਵਿਦਿਆ ਦੇ ਜਦੋਂ ਅਭਿਆਸ ਕਰਦੇ ਨੇ ਤੇ ਲੋਹੇ ਦੀ ਸੰਜੋਗ ਆਪਣੇ ਤਨ ਤੇ ਪਾਉਂਦੇ, ਉਹਦੇ ਨਾਲ ਤੀਰਾਂ ਤਲਵਾਰਾਂ ਦਾ ਨੇਜਿਆਂ ਦਾ ਵਾਰ ਨਹੀਂ ਹੁੰਦਾ, ਆਪਣਾ ਸਰੀਰ ਲੋਹੇ ਦੇ ਨਾਲ ਢਕਿਆ ਜਾਂਦਾ। ਸੋ ਇਸ ਤਰ੍ਹਾਂ ਸੰਜੋਗ ਪਹਿਨ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖਤ ਸਾਹਿਬ ਵਿਖੇ ਸਜਦੇ। ਇਮ ਲਾਏ ਦੀਵਾਨ ਨਿਤ ਬਹਿ ਨਿਹੰਗ। ਤੇ ਰੋਜ਼ਾਨਾ ਅਕਾਲ ਤਖਤ ਸਾਹਿਬ ਵਿਖੇ ਬਾਬਾ ਗੁਰਬਖਸ਼ ਸਿੰਘ ਜੀ ਦੀਵਾਨ ਲਾਉਂਦੇ। ਦੋਹਰਾ
ਨਿਹੰਗ ਕਹਾਵੈ ਸੋ ਪੁਰਸ਼ ਦੁਖ ਸੁਖ ਮਾਨੇ ਅੰਗ। ਖਾਲਸਾ ਜੀ, ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਮ ਦੇ ਨਾਲ ਨਿਹੰਗ ਸਿੰਘ ਸ਼ਬਦ ਆਇਆ। ਇਸ ਕਰਕੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਨਿਹੰਗ ਕੇਵਲ ਪਹਿਰਾਵੇ ਕਰਕੇ ਨਹੀਂ ਹੁੰਦਾ। ਨਿਹੰਗ ਉਹਨੂੰ ਕਿਹਾ ਜਾਂਦਾ ਹੈ, ਨਿਹੰਗ ਕਹਾਵੈ ਸੋ ਪੁਰਸ਼ ਦੁੱਖ ਸੁਖ ਮੰਨੇ ਨਾਂਗ। ਕਹਿੰਦੇ ਅਸਲ ਵਿੱਚ ਉਹ ਨਿਹੰਗ ਹੈ ਜਿਹੜਾ ਦੁੱਖ ਸੁੱਖ ਨਹੀਂ ਮੰਨਦਾ। ਸਰੀਰ ਤੇ ਦੁੱਖ ਆ ਜਾਵੇ ਘਬਰਾਉਂਦਾ ਨਹੀਂ, ਸੁੱਖ ਆ ਜਾਵੇ ਤੇ ਬਹੁਤਾ ਉਛਲਦਾ ਨਹੀਂ। ਭਾਵ ਜੀਵਨ ਗੰਭੀਰ ਅਵਸਥਾ ਦੇ ਵਿੱਚ ਬਤੀਤ ਕਰਦਾ। ਜੋ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜੋ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਜਿਹੜਾ ਵਿਅਕਤੀ ਦੁੱਖਾਂ ਦੇ ਵਿੱਚ ਦੁੱਖਾਂ ਨੂੰ ਮੰਨੇ ਹੀ ਨਾ, ਕਿ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਜਾ ਰਿਹਾ ਪਰ ਦੁੱਖ ਦਾ ਪ੍ਰਭਾਵ ਨਹੀਂ, ਭਾਈ ਤਾਰੂ ਸਿੰਘ ਦਾ ਖੋਪੜ ਲੈ ਗਿਆ ਪਰ ਦੁੱਖ ਦਾ ਪ੍ਰਭਾਵ ਨਹੀਂ, ਉਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਉੱਤੇ ਵੀ ਦੁੱਖਾਂ ਦਾ ਬਹੁਤਾ ਪ੍ਰਭਾਵ ਨਹੀਂ ਹੁੰਦਾ। ਜਿਮ ਦੁਖ ਸੁਖ ਦੇਹੀ ਨਾ ਮੰਨੇ ਉਸ ਕਹੈ ਵਿਦੇਹੀ ਚੰਗ। ਤੇ ਜਿਹੜਾ ਆਪਣੇ ਸਰੀਰ ਦੇ ਉੱਤੇ ਦੁੱਖਾਂ ਦਾ ਪ੍ਰਭਾਵ ਸਹਿਨ ਨਹੀਂ ਕਰਦਾ, ਦੁੱਖ ਨੂੰ ਨਹੀਂ ਮੰਨਦਾ, ਉਸ ਵਿਅਕਤੀ ਨੂੰ ਵਿਦੇਹੀ ਕਿਹਾ ਜਾਂਦਾ ਕਿ ਉਹ ਦੇਹ ਦੇ ਪ੍ਰਭਾਵ ਤੋਂ ਮੁਕਤ ਹੋ ਗਿਆ। ਹਠੀ ਜਤੀ ਔ ਜਪ ਤਪੀ ਦਾਤਾ ਪੂਰਾ ਸੂਰ। ਸੋ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੇ ਜੀਵਨ ਬਾਰੇ ਦੱਸਦੇ ਕਿ ਹਠੀ ਤਪੀ, ਹੱਠ ਕਰਦੇ ਨੇ ਖਾਲਸਾ ਜੀ ਨਿਤਨੇਮ ਦਾ, ਅੰਮ੍ਰਿਤ ਵੇਲੇ ਦਾ। ਰੋਜ਼ਾਨਾ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ, ਮੂਲ ਮੰਤਰ ਦਾ ਅਭਿਆਸ ਕਰਦੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਅਤੇ ਖਾਲਸਾ ਜੀ ਤਪ ਕਰਦੇ ਨੇ ਗੁਰੂ ਕੀ ਸੇਵਾ ਦਾ, ਕਿਉਂਕਿ ਗੁਰੂ ਕੀ ਸੇਵਾ ਤਪਾਂ ਸਿਰ ਤਪ ਹੈ। ਗੁਰੂ ਕੀ ਸੇਵਾ ਵਰਗਾ ਦੁਨੀਆ ਦੇ ਤਖਤੇ ਤੇ ਤਪ ਕੋਈ ਨਹੀਂ। ਜਿਹੜਾ ਸੇਵਾ ਕਰਦਾ, ਸੇਵਾ ਦੀ ਬਰਕਤ ਦੇ ਨਾਲ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਸੋ ਇਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜਿੱਥੇ ਨਿਤਨੇਮ ਕਰਦੇ ਨੇ, ਹਠੀ ਤਪੀ, ਤਪੀ ਤੋਂ ਭਾਵ ਸੇਵਾ ਕਰਦੇ, ਉੱਥੇ ਸੂਰਬੀਰ ਯੋਧੇ ਨੇ ਤੇ ਸੂਰਬੀਰ ਯੋਧਾ ਉਹਨੂੰ ਮੰਨਿਆ ਗਿਆ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ। ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੋਵੇ ਉਹ ਅਸਲ ਵਿੱਚ ਸੂਰਮਾ ਹੈ। ਤੇ ਸਤਿਗੁਰੂ ਦੀ ਬਾਣੀ ਕਹਿੰਦੀ ਨਾਮ ਦਾ ਰੰਗ ਚੜਨ ਤੋਂ ਬਾਅਦ ਜਿਹੜਾ ਆਤਮਾ ਜਿੱਤ ਲਵੇ, ਮਨ ਜੀਤੈ ਜਗ ਜੀਤ। ਜਿਹੜਾ ਮਨ ਨੂੰ ਜਿੱਤ ਲਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਵੇ, ਅਸਲ ਵਿੱਚ ਦੁਨੀਆ ਦੇ ਤਖਤੇ ਤੇ ਉਹਨੂੰ ਸੂਰਮਾ ਮੰਨਿਆ ਜਾਂਦਾ ਹੈ। ਆਵੈ ਪਾਸ ਸਰਦਾਰ ਤਿਸ ਬਹੁ ਰਹਿ ਆਪ ਮਗਰੂਰ। ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਐਸਾ ਸੀ ਵੀ ਆਵੈ ਪਾਸ ਸਰਦਾਰ ਤਿਸ ਵਹ ਰਹਿ ਆਪ ਮਗਰੂਰ, ਕਿ ਜਦੋਂ ਬਾਬਾ ਜੀ ਨੇ ਦੀਵਾਨ ਲਾਉਣਾ, ਕਹਿੰਦੇ ਕਿਸੇ ਮਾਇਆ ਧਾਰੀ ਸਰਦਾਰ ਨੇ ਆਉਣਾ ਮਾਇਆ ਲੈ ਕੇ, ਤੇ ਬਾਬਾ ਜੀ ਪਿੱਛੇ ਪਿੱਛੇ ਨਹੀਂ ਸੀ ਫਿਰਦੇ। ਜਿਵੇਂ ਅੱਜ ਕੱਲ ਕਈ ਵਾਰ ਵੇਖਣ ਵਿੱਚ ਆਉਂਦਾ ਕੋਈ ਅਹੁਦੇਦਾਰ ਆ ਜਾਵੇ ਤੇ ਖਾਲਸਾ ਜੀ ਸਾਰਿਆਂ ਨੂੰ ਭਾਜੜਾ ਪੈ ਜਾਂਦੀਆਂ ਵੀ ਛੇਤੀ ਛੇਤੀ ਸਰੋਪਾ ਪਾ ਦਿਓ, ਮਾਇਆ ਦਾ ਗੱਫਾ ਲੈ ਕੇ ਆਇਆ। ਪਰ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਕਹਿੰਦੇ ਜੇ ਕੋਈ ਮਾਇਆ ਦੀ ਸੇਵਾ ਕਰਨ ਆਉਂਦਾ ਵੀ ਸੀ ਨਾ, ਤੇ ਬਾਬਾ ਗੁਰਬਖਸ਼ ਸਿੰਘ ਦੇ ਉੱਤੇ ਕੋਈ ਬਹੁਤਾ ਪ੍ਰਭਾਵ ਨਹੀਂ ਸੀ ਹੁੰਦਾ ਮਾਇਆ ਦਾ। ਉਹ ਨਾਮ ਦੀ ਮਸਤੀ ਦੇ ਵਿੱਚ ਮਸਤ ਰਹਿੰਦੇ ਸੀ ਤੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਸੀ। ਖਾਲਸਾ ਜੀ ਐਸੇ ਮਹਾਪੁਰਖ ਅੱਜ ਵੀ ਨੇ। ਮੈਂ ਆਪਣੇ ਜੀਵਨ ਦਾ ਅੱਖੀਂ ਵੇਖਾ ਅਨੁਭਵ ਸਾਂਝਾ ਕਰ ਰਿਹਾ। ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਬੀਤੇ ਸਾਲ ਜਦੋਂ ਨਵੇਂ ਸਾਲ ਦੀ ਆਰੰਭਤਾ ਹੋਈ, ਸਮਾਗਮ ਚੱਲ ਰਿਹਾ ਸੀ ਤੇ ਇੱਕ ਵਿਅਕਤੀ ਬੰਬੇ ਦਾ ਰਹਿਣ ਵਾਲਾ, ਉਹ 2 ਕਰੋੜ ਤੇ 31 ਲੱਖ ਰੁਪਇਆ ਸੇਵਾ ਵਜੋਂ ਲਿਆਇਆ ਤੇ 25 ਕਿਲੋ ਚਾਂਦੀ ਦੇ 2 ਹਾਥੀ ਉਹਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਸਤੇ ਲਿਆਂਦੇ। ਉਸ ਸਮੇਂ ਉੱਥੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ, ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਉਹ ਮਹਾਂਪੁਰਖ ਵੀ ਸਨ। ਪ੍ਰਬੰਧਕਾਂ ਨੇ ਕਿਹਾ ਜੀ ਨੂੰ ਸਰੋਪਾ ਪਾ ਦਿਓ, ਤੇ ਖਾਲਸਾ ਜੀ ਤਿੰਨੇ ਮਹਾਂਪੁਰਖ ਸਲਾਹ ਕਰਕੇ ਵਿਚਾਰ ਕਰਕੇ ਉਸ ਵਿਅਕਤੀ ਦਾ ਨਾਮ ਬਿਕਰਮਜੀਤ ਸਿੰਘ ਸੰਧੂ ਹੈ, ਉਸ ਵਿਅਕਤੀ ਨੂੰ ਸਰੋਪਾ ਪਾਉਣ ਤੋਂ ਪਹਿਲਾਂ ਕਹਿਣ ਲੱਗੇ ਵੀ ਤੂੰ ਇੱਥੇ ਕਲਗੀਆਂ ਵਾਲੇ ਦੀ ਖੁਸ਼ੀ ਲੈਣ ਆਇਆ ਕਿ ਨਾਰਾਜ਼ਗੀ ਲੈਣ ਆਇਆ। ਉਹਦੇ ਮੁਖੋਂ ਤਾਂ ਹੀ ਨਿਕਲਣਾ ਸੀ ਵੀ ਕਲਗੀਧਰ ਜੀ ਦੀ ਖੁਸ਼ੀ ਲੈਣ ਆਇਆ। ਕਹਿੰਦੇ ਜੀ ਕਲਗੀਆਂ ਵਾਲੇ ਪਾਤਸ਼ਾਹ ਦੀ ਮੈਂ ਖੁਸ਼ੀ ਲੈਣ ਆਇਆ। ਮਹਾਂਪੁਰਖ ਕਹਿਣ ਲੱਗੇ ਵੀ ਸੱਜਣਾ, ਜੇ ਖੁਸ਼ੀ ਕਲਗੀਆਂ ਵਾਲੇ ਦੀ ਲੈਣੀ ਹੈ ਫਿਰ ਕਲਗੀਆਂ ਵਾਲੇ ਦੀ ਖੁਸ਼ੀ ਕੱਲੀ ਮਾਇਆ ਨਾਲ ਨਹੀਂ ਮਿਲਦੀ,
ਕਲਗੀਆਂ ਵਾਲੇ ਦੀ ਖੁਸ਼ੀ ਤਾਂ ਤੈਨੂੰ ਮਿਲੇਗੀ ਜੇ ਤੂੰ ਅੱਜ ਤਖਤ ਸਾਹਿਬ ਤੇ ਖੜ ਕੇ ਇਹ ਪ੍ਰਣ ਕਰਕੇ ਜਕਾਰਾ ਗਜਾਵੇ ਵੀ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਦੇ ਕੇਸ ਨਹੀਂ ਕਟਵਾਵਾ। ਖਾਲਸਾ ਜੀ ਉੱਥੇ ਜਦੋਂ ਸੰਤ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਜੀ, ਸਿੰਘ ਸਾਹਿਬ, ਬਾਬਾ ਕੁਲਵੰਤ ਸਿੰਘ ਹੋਣਾ ਨੇ ਇਸ ਤਰ੍ਹਾਂ ਬਚਨ ਕੀਤੇ, ਜਦੋਂ ਕਮਾਈ ਵਾਲਾ ਬਚਨ ਕਰਦਾ ਪ੍ਰਭਾਵ ਵੀ ਪੈਂਦਾ। ਉਸ ਬਿਕਰਮਜੀਤ ਸਿੰਘ ਸੰਧੂ ਵਿਅਕਤੀ ਨੇ ਵੀ ਜਕਾਰਾ ਗਜਾ ਕੇ ਕਿਹਾ ਵੀ ਮੈਂ ਅੱਜ ਤੋਂ ਬਾਅਦ ਕੇਸ ਨਹੀਂ ਕਟਵਾਵਾਂਗਾ। ਸੋ ਇਸ ਤਰ੍ਹਾਂ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਵੀ ਐਸਾ ਸੀ ਵੀ ਜੇ ਕੋਈ ਮਾਇਆ ਲੈ ਕੇ ਆਉਂਦਾ ਸੀ ਤੇ ਮਾਇਆ ਦਾ ਪ੍ਰਭਾਵ ਨਹੀਂ ਸੀ ਪੈਂਦਾ। ਉਹ ਗੁਰੂ ਕੀ ਮਰਿਆਦਾ, ਗੁਰੂ ਕੀ ਮੱਤ ਨੂੰ ਪਹਿਲਾਂ ਪ੍ਰਥਮ ਸਥਾਨ ਦਿੰਦੇ ਸੀ, ਸਦਾ ਨਾਮ ਦੇ ਵਿੱਚ ਮਸਤ ਰਹਿੰਦੇ ਸੀ ਤੇ ਜਿਹੜਾ ਕੋਈ ਗੁਰਸਿੱਖ ਹੁੰਦਾ ਸੀ ਉਹਦੀ ਆਪ ਜਾ ਕਰਕੇ ਸੇਵਾ ਕਰਦੇ ਸੀ। ਚਉਪਈ ਜਹਾਂ ਜੁੱਧ ਕੀ ਜਾਗਾ ਹੋਏ, ਅਤੇ ਜਿੱਥੇ ਵੀ ਕਿਤੇ ਪੰਥ ਤੇ ਭੀੜ ਬਣਨੀ, ਕਿਤੇ ਵੀ ਯੁੱਧ ਹੋਣਾ, ਮਰਨਾ ਕਹਿ ਡਰ ਟਰੈ ਨ ਸੋਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਕਦੇ ਵੀ ਮਰਨ ਤੋਂ ਡਰਦੇ ਨਹੀਂ ਸੀ। ਜਿੱਥੇ ਵੀ ਕਿਸੇ ਨੇ ਪੰਥ ਤੇ ਹਮਲਾ ਕਰਨਾ, ਬਾਬਾ ਗੁਰਬਖਸ਼ ਸਿੰਘ ਜੀ ਨੇ ਅਗਾਹ ਹੋ ਕਰਕੇ ਖਾਲਸਾ ਜੀ ਡਟ ਜਾਣਾ ਤੇ ਮਰਨ ਤੋਂ ਡਰਨਾ ਨਹੀਂ। ਜਹਾਂ ਪੰਥ ਪੈ ਵੱਡ ਪਵੈ ਭੀਰ, ਤੇ ਜੇ ਕਿਤੇ ਪੰਥ ਦੇ ਉੱਤੇ ਭੀੜ ਬਣ ਜਾਣੀ, ਡਾਹੈ ਆਪ ਜਾਏ ਤਹਾਂ ਸਰੀਰ, ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਜਾ ਕਰਕੇ ਆਪਣਾ ਸਰੀਰ ਢਾਹ ਦੇਣਾ। ਜਹਾਂ ਯੁੱਧ ਕੀ ਜਾਗਾ ਹੋਏ, ਤੇ ਜਿੱਥੇ ਵੀ ਕਿਤੇ ਯੁੱਧ ਦੀ ਜਗ੍ਹਾ ਹੋਣੀ, ਫੜ ਨਿਸ਼ਾਨ ਆਪ ਅੱਗੇ ਹੋਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਖੁਦ ਨਿਸ਼ਾਨ ਸਾਹਿਬ ਪਕੜਨਾ, ਨਿਸ਼ਾਨਚੀ ਸਿੰਘ ਬਣ ਜਾਣਾ। ਕਿਉਂਕਿ ਨਿਸ਼ਾਨਚੀ ਸਿੰਘ ਦੀ ਮਰਿਆਦਾ ਹੁੰਦੀ ਸੀ ਵੀ ਨਿਸ਼ਾਨਚੀ ਸਿੰਘ ਵਹੀਰ ਦੇ ਵਿੱਚ ਸਭ ਤੋਂ ਅੱਗੇ ਚੱਲਦਾ। ਅੱਜ ਵੀ ਜਦੋਂ ਹਜੂਰ ਸਾਹਿਬ ਜਾਂ ਦਲਾਂ ਪੰਥਾਂ 'ਚ ਮਹੱਲਾ ਕੱਢਦੇ, ਨਿਸ਼ਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਨੇ। ਕਹਿੰਦੇ ਬਾਬਾ ਗੁਰਬਖਸ਼ ਸਿੰਘ ਨੇ ਨਿਸ਼ਾਨ ਸਾਹਿਬ ਪਕੜ ਕੇ ਸਭ ਤੋਂ ਅੱਗੇ ਇਸ ਕਰਕੇ ਹੋਣਾ ਵੀ ਜਦੋਂ ਜ਼ਾਲਮ ਤੀਰ ਚਲਾਵੇ, ਗੋਲੀ ਚਲਾਵੇ, ਤੋਪ ਦਾ ਗੋਲਾ ਚਲਾਵੇ ਤੇ ਸਭ ਤੋਂ ਪਹਿਲਾਂ ਮੇਰੀ ਛਾਤੀ ਤੇ ਵੱਜੇ ਤੇ ਮੈਂ ਸ਼ਹਾਦਤ ਨੂੰ ਪ੍ਰਾਪਤ ਹਾਂ। ਇਸ ਕਰਕੇ ਜੋ ਗੁਰੂ ਕੀ ਬਾਣੀ ਦੇ ਬਚਨ ਵੀ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਉਹ ਵਿਆਖਿਆ ਗੁਰਬਾਣੀ ਦੀ ਅੱਜ ਦੇ ਸਮੇਂ ਵਿੱਚ ਬੁਲਾਰੇ ਬੋਲ ਕੇ ਕਰਦੇ ਆ, ਪਰ ਜਿਨ੍ਹਾਂ ਸ਼ਹੀਦਾਂ ਦਾ ਇਤਿਹਾਸ ਸੁਣ ਰਿਹਾ ਉਹਨਾਂ ਗੁਰਬਾਣੀ ਦੀ ਵਿਆਖਿਆ ਬੋਲ ਕੇ ਨਹੀਂ, ਆਪਣੇ ਜੀਵਨ ਦੇ ਵਿੱਚ ਕਮਾ ਕੇ ਕੀਤੀ। ਸਾਥ ਨਗਾਰਾ ਘੁਰਦਾ ਜਾਵੇ, ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਜਦੋਂ ਜੰਗ ਦੇ ਮੈਦਾਨ ਵਿੱਚ ਨਿਸ਼ਾਨ ਸਾਹਿਬ ਪਕੜ ਕੇ ਨਿਸ਼ਾਨਚੀ ਬਣਨਾ, ਕਹਿੰਦੇ ਨਾਲ ਨਾਲ ਗੁਰੂ ਕਿਆ ਸਿੰਘਾਂ ਨਗਾਰੇ ਤੇ ਚੋਭਾਂ ਲਾਉਣੀਆਂ। ਜਾਏ ਲੜਾਈ ਮੋਹਰਾ ਪਾਵੇ, ਤੇ ਜੰਗ ਦੇ ਮੈਦਾਨ ਵਿੱਚ ਸਭ ਤੋਂ ਮੂਹਰੇ ਹੋ ਕਰਕੇ ਜ਼ਾਲਮ ਨੂੰ ਸੋਧਣਾ। ਭਏ ਜੋ ਸ਼ਹੀਦ ਮਨੀ ਸਿੰਘ ਭਾਈ, ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ, ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ, ਉਹਨਾਂ ਹੱਥ ਤੀ ਪਾਹੁਲ ਪਿਲਾਈ। ਬਾਬਾ ਗੁਰਬਖਸ਼ ਸਿੰਘ ਜੀ ਨੇ ਉਹਨਾਂ ਕੋਲੋਂ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤ ਪਾਨ ਕੀਤਾ। ਭਾਈ ਮਨੀ ਸਿੰਘ ਜੀ ਉਸ ਸਮੇਂ ਪੰਜਾਂ ਪਿਆਰਿਆਂ ਵਿੱਚ ਲੱਗੇ ਸੀ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ, ਖੰਡੇ ਦੀ ਪਹੁਲ ਲਈ ਸੀ। ਖੇਮ ਕਰਨ ਢਿਗ ਲੀਲ ਸੋ ਨਾਮ, ਖੇਮ ਕਰਨ ਅੰਮ੍ਰਿਤਸਰ ਤਰਨਤਾਰਨ ਦੇ ਕੋਲ ਖੇਮ ਕਰਨ ਹੈ, ਖੇਮ ਕਰਨ ਦੇ ਕੋਲ ਲੀਲ ਪਿੰਡ ਹੈ। ਉਤੋ ਮਾਝਾ ਮੈਂ ਤਿਸ ਕੋ ਗ੍ਰਾਮ, ਆ ਮਾਝੇ ਦੇ ਵਿੱਚ ਜਿਹੜਾ ਲੀਲ ਪਿੰਡ ਹੈ, ਇੱਥੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ। ਦੋਰਾ ਪਹਿਲੋਂ ਡੇਰਾ ਉਸ ਤੁਰੈ, ਤਉ ਪਾਛੈ ਔਰ ਤੁਰਾਹੇ। ਕਹਿੰਦੇ ਕਿਤੇ ਵੀ ਜਾਣਾ ਹੁੰਦਾ, ਬਾਬਾ ਗੁਰਬਖਸ਼ ਸਿੰਘ ਜੀ ਦਾ ਇੰਨਾ ਸਤਿਕਾਰ ਸੀ ਪੰਥ ਦੇ ਵਿੱਚ ਕਿ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਡੇਰੇ ਵੱਲ ਕੂਚ ਕਰਨਾ ਤੇ ਪਿੱਛੇ ਸਾਰੇ ਪੰਥ ਨੇ ਚੱਲਣਾ। ਜਹਾਂ ਸੋ ਝੰਡਾ ਗੱਡ ਖੜਾ, ਖਾਲਸੋ ਉਹਾਂ ਖੜਾ ਹੈ। ਤੇ ਜਿੱਥੇ ਵੀ ਬਾਬਾ ਗੁਰਬਖਸ਼ ਸਿੰਘ ਜੀ ਨੇ, ਹੰਗ ਸਿੰਘ ਜੀ ਨੇ ਜਾ ਕੇ ਨਿਸ਼ਾਨ ਸਾਹਿਬ ਚਲਾਉਣਾ, ਸਾਰੇ ਗੁਰੂ ਕੇ ਖਾਲਸੇ ਪੰਥ ਨੇ ਉੱਥੇ ਹੀ ਡੇਰਾ ਕਰ ਲੈਣਾ। ਭਾਵ ਇੰਨਾ ਸਤਿਕਾਰ ਤੇ ਇੰਨਾ ਭਰੋਸਾ ਉਹ ਬਾਬਾ ਗੁਰਬਖਸ਼ ਸਿੰਘ ਜੀ ਦੇ ਉੱਤੇ ਸਮੁੱਚਾ ਗੁਰੂ ਕਾ ਖਾਲਸਾ ਪੰਥ ਕਰਦਾ ਸੀ। ਚਉਪਈ ਅੰਮ੍ਰਿਤਸਰ ਸਨਮੁਖ ਦਰਬਾਰ, ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਸ੍ਰੀ ਹਰਮੰਦਰ ਸਾਹਿਬ ਦੇ ਸਨਮੁਖ ਅਕਾਲ ਬੁੰਗੇ ਬਹ ਤਖਤ ਮਝਾਰ। ਬਾਬਾ ਗੁਰਬਖਸ਼ ਸਿੰਘ ਜੀ ਨੇ ਅਕਾਲ ਬੁੰਗੇ ਵਿਖੇ ਸਜਣਾ। ਇਹ ਪਹਿਲਾ ਨਾਮ ਅਕਾਲ ਬੁੰਗਾ ਸੀ, ਅੱਜ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ। ਇਸੇ ਕਰਕੇ ਇਤਿਹਾਸ ਵਿੱਚ ਆਉਂਦਾ ਹੈ, ਗੁਰਸੁਦਾ ਸਰੋਵਰ ਤਟ ਵਿਸਾਲ, ਗੁਰ ਰਚਿਓ ਬੁੰਗਾ ਤਖਤੇ ਕਾਲ, ਕਿ ਜੋ ਮੀਰੀ ਪੀਰੀ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਬੁੰਗਾ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸਥਾਪਿਤ ਕੀਤਾ, ਉਹ ਤਖਤ ਅਕਾਲ ਦਾ ਕਹਿਲਾਇਆ, ਅਕਾਲ ਤਖਤ ਕਹਿਲਾਇਆ।
ਸੋ ਇਸ ਤਰ੍ਹਾਂ ਅਕਾਲ ਦੇ ਤਖਤ ਸ੍ਰੀ ਅਕਾਲ ਬੁੰਗੇ ਸਾਹਿਬ ਵਿਖੇ ਬਾਬਾ ਗੁਰਬਖਸ਼ ਸਿੰਘ ਜੀ ਨਿਤ ਦੀਵਾਨ ਲਾ ਕੇ ਬੈਠਿਆ ਕਰਦੇ। ਸਿਰੋਂ ਪਰੈ ਉਸ ਡੇਰਾ ਰਹੈ, ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਸੀ ਵੀ ਸਿਰੋਂ ਪਾਰ ਹੀ ਡੇਰਾ ਰਹਿੰਦਾ ਸੀ, ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਆਪਣੇ ਜੀਵਨ ਨਾਲ ਕੋਈ ਬਹੁਤਾ ਮੋਹ ਨਹੀਂ ਸੀ। ਅਕਾਲ ਅਕਾਲ ਵਹਿ ਮੁਖਤੇ ਕਹੈ, ਤੇ ਬਾਬਾ ਗੁਰਬਖਸ਼ ਸਿੰਘ ਜਦੋਂ ਕਿਸੇ ਗੁਰੂ ਪਿਆਰੇ ਸਿੱਖ ਨੂੰ ਵੇਖਦੇ ਤੇ ਸਿੱਖ ਨੂੰ ਵੇਖ ਕੇ ਗੱਜ ਕੇ ਗੁਰਬਰ ਅਕਾਲ ਦਾ ਜਕਾਰਾ ਗਜਾਉਂਦੇ। ਸੁਨੋ ਉਸੈ ਜੋ ਪੌਰਖ ਕਮਾਇਓ, ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਸੁਣੋ ਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਕੈਸੀ ਕਮਾਈ ਕੀਤੀ। ਸੀਸ ਲਾਏ ਜਿਵੇਂ ਗਿਲਿਓ ਗਿਲਾਇਓ, ਜਿਨ੍ਹਾਂ ਨੇ ਆਪਣੇ ਸਿਰ ਧੜ ਦੀ ਬਾਜੀ ਲਾ ਕਰਕੇ ਅਹਿਮਦ ਸ਼ਾਹ ਅਬਦਾਲੀ ਦੀ 30,000 ਗਿਲਜਿਆਂ ਦੀ ਫੌਜ ਨੂੰ ਮਾਰ ਮੁਕਾਇਆ। ਗਿਲ ਜੋ ਆਇਓ ਜਿਵੇਂ ਉਤਬਾਰ, ਕਿਸ ਤਰ੍ਹਾਂ ਗਿਲਜੇ ਅੰਮ੍ਰਿਤਸਰ ਦੀ ਧਰਤੀ ਤੇ ਆਏ, ਕਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਚੜ੍ਹ ਕੇ ਆਇਆ ਤੇ ਬਾਬਾ ਗੁਰਬਖਸ਼ ਸਿੰਘ ਜੀ ਨਾਲ ਟਾਕਰਾ ਹੋਇਆ, ਉਹ ਸਰਵਣ ਕਰੀਏ। ਤਿਸ ਕੋ ਬਵਰੋ ਲਿਖੋ ਉਚਾਰ, ਉਸ ਬਾਰੇ ਬਿਉਰਾ ਭਾਈ ਰਤਨ ਸਿੰਘ ਭੰਗੂ ਲਿਖਣ ਲੱਗੇ ਨੇ। ਸੂਰਜ ਮਲ ਭਰਤ ਪੁਰੀਓ ਸਰਦਾਰ, ਕਹਿੰਦੇ ਆਗਰੇ ਤੋਂ ਅੱਗੇ ਖਾਲਸਾ ਜੀ ਭਰਤਪੁਰ ਹੈ, ਉਸ ਭਰਤਪੁਰ ਦਾ ਸਰਦਾਰ ਸੀ ਸੂਰਜ ਮੱਲ। ਲਇਓ ਆਗਰੋ ਜਿਨ ਥੋ ਮਾਰ, ਉਹਨੇ ਖਾਲਸਾ ਜੀ ਸੂਰਜ ਮੱਲ ਨੇ ਆਗਰੇ ਦੀ ਧਰਤੀ ਨੂੰ ਲੁੱਟ ਲਿਆ ਸੀ। ਜੌਰਾ ਭੌਰਾ ਗਿਣ ਲਇਓ ਲੂਟ, ਖਾਲਸਾ ਜੀ ਜੋਰਾ ਤੇ ਭੋਰਾ ਇਹ ਦਰਿਆਈ ਘੋੜੇ ਸੀ। ਜੋਰਾ ਤੇ ਭੋਰਾ ਇਹ ਬੜੇ ਬੇਸ਼ੁਮਾਰ ਕੀਮਤੀ ਘੋੜੇ ਸੀ, ਉਹਨਾਂ ਦੇ ਨਾਮ ਨੇ। ਕਹਿੰਦੇ ਇਹ ਦੋਵੇਂ ਘੋੜੇ ਆਗਰੇ ਦੀ ਧਰਤੀ ਤੋਂ ਸੂਰਜ ਮੱਲ ਨੇ ਲੁੱਟ ਲਏ ਸੀ। ਖਜ਼ਾਨਿਓ ਤਲਾਕ ਆਓ ਪਿੱਛੋਂ ਲਇਓ ਪੂਟ, ਤੇ ਜਿੰਨਾ ਵੀ ਆਗਰੇ ਦਾ ਸਾਹਰਾ ਸ਼ਾਹੀ ਖਜ਼ਾਨਾ ਸੀ, ਸਰਕਾਰੀ ਖਜ਼ਾਨਾ, ਉਹ ਵੀ ਸੂਰਜ ਮੱਲ ਆਪਣੇ ਨਾਲ ਲੈ ਆਇਆ। ਸੌ ਗੱਡੋ ਉਸ ਛਿਪਾਹੇ ਤੁਰਾਇਓ, 100 ਗੱਡੇ ਖਜ਼ਾਨੇ ਦੇ ਭਰੇ ਗਏ ਜਦੋਂ ਸੂਰਜ ਮੱਲ ਨੇ ਖਜ਼ਾਨਾ ਲੁੱਟਿਆ। ਤਉ ਭੀ ਉਸ ਕਾ ਅੰਤ ਨ ਪਾਇਓ, ਪਰ ਕਹਿੰਦੇ ਇੰਨਾ 100 ਗੱਡੇ ਭਰਨ ਤੋਂ ਬਾਅਦ ਵੀ ਖਜ਼ਾਨਾ ਨਹੀਂ ਸੀ ਮੁੱਕ ਰਿਹਾ, ਇੰਨਾ ਖਜ਼ਾਨਾ ਸੀ ਆਗਰੇ ਦੀ ਧਰਤੀ ਤੇ। ਨਜੀਬੇ ਰੁਹੇਲੇ ਸਿਉ ਵਹੋਰ ਲਰਿਓ, ਤੇ ਖਾਲਸਾ ਜੀ ਜਿਹੜਾ ਨਜੀਬ ਖਾਂ ਸੀ, ਇਹ ਦਿੱਲੀ ਦੇ ਤਖਤ ਤੇ ਉਦੋਂ ਬੈਠਾ ਹੋਇਆ ਸੀ। ਨਜੀਬ ਖਾਂ ਦੇ ਨਾਲ ਰੁਹੇਲਿਆਂ ਨਾਲ ਫਿਰ ਸੂਰਜ ਮੱਲ ਦਾ ਜੰਗ ਹੋਇਆ। ਕਿਸੀ ਤੌਰ ਸੂਰਜ ਮਲ ਮਰਿਓ, ਤੇ ਜਦੋਂ ਨਜੀਬ ਖਾਂ ਤੇ ਰੁਹੇਲਿਆਂ ਦੀ ਫੌਜ ਨਾਲ ਸੂਰਜ ਮੱਲ ਦੀ ਲੜਾਈ ਹੋਈ ਤੇ ਖਾਲਸਾ ਜੀ ਸੂਰਜ ਮੱਲ ਮਾਰਿਆ ਗਿਆ। ਦੋਹਰਾ ਤਿਸੈ ਪੁੱਤਰ ਲੇਨ ਬੈਰ ਪਿਤ, ਫੌਜ ਆਪ ਰਖ ਲੀਨ। ਤੇ ਸੂਰਜ ਮੱਲ ਦਾ ਪੁੱਤਰ ਸੀ ਜਵਾਹਰ ਮੱਲ। ਕਹਿੰਦੇ ਸੂਰਜ ਮੱਲ ਦੀ ਮੌਤ ਤੋਂ ਬਾਅਦ ਜਵਾਹਰ ਮੱਲ ਸੂਰਜ ਮੱਲ ਦੀ ਗੱਦੀ ਤੇ ਬੈਠਾ, ਇਹਨੇ ਫਿਰ ਵੱਖਰੀ ਫੌਜ ਤਿਆਰ ਕਰ ਲਈ। ਮਰਹਟਾ ਫਿਰੰਗੀ ਰਜਪੂਤ ਨਿਤ ਦੀਏ ਟਕਾ ਲਖ ਤੀਨ, ਤੇ ਖਾਲਸਾ ਜੀ ਇਹਨੇ ਫਿਰ ਮਰਹਟਿਆਂ ਨੂੰ, ਫਿਰੰਗੀ ਜਿਹੜੀ ਬ੍ਰਿਟਿਸ਼ ਸਰਕਾਰ, ਰਾਜਪੂਤ, ਇਹਨਾਂ ਦੀਆਂ ਫੌਜਾਂ ਰੱਖੀਆਂ ਤੇ 3 ਲੱਖ ਟਕਾ ਦੇ ਦਿੱਤਾ। ਚੌਪਈ ਜੱਟ ਜਵਾਹਰ ਦਿੱਲੀ ਘੇਰੀ, ਤੇ ਖਾਲਸਾ ਜੀ ਜਵਾਹਰ ਮੱਲ ਇਹ ਜਾਟ ਸਨ। ਕਹਿੰਦੇ ਜਵਾਹਰ ਮੱਲ ਨੇ ਆ ਕੇ ਰਾਜਪੂਤ, ਫਿਰੰਗੀ ਤੇ ਮਰਹਟਿਆਂ ਦੇ ਨਾਲ ਦਿੱਲੀ ਨੂੰ ਘੇਰਾ ਪਾ ਲਿਆ। ਨਜੀਬੀ ਰੁਹੇਲੇ ਥੋ ਅੰਦਰ ਘੇਰੀ, ਤੇ ਨਜੀਬ ਖਾਂ ਜਿਹੜਾ ਰੁਹੇਲਾ ਸੀ, ਉਹ ਲਾਲ ਕਿਲੇ ਤੇ ਦਿੱਲੀ ਦੇ ਤਖਤ ਦੇ ਅੰਦਰ ਘੇਰਿਆ ਗਿਆ। ਬਹੁਤ ਤੰਗੀ ਜਬ ਇਸਕੋ ਪਈ, ਤੇ ਨਜੀਬ ਖਾਂ ਦੇ ਉੱਤੇ ਜਦੋਂ ਬਹੁਤ ਮਾੜਾ ਸਮਾਂ ਆ ਗਿਆ, ਉਸਕੀ ਫਰਿਆਦ ਫਿਰ ਕਾਬਲ ਗਈ। ਨਜੀਬ ਖਾਂ ਨੇ ਫਿਰ ਚਿੱਠੀ ਲਿਖ ਕੇ ਕਾਬਲ ਭੇਜੀ ਅਹਿਮਦ ਸ਼ਾਹ ਅਬਦਾਲੀ ਕੋਲ। 30 ਕੋਟ ਉਸ ਟਕਾ ਲਿਖ ਦਿਓ, ਤੇ ਖਾਲਸਾ ਜੀ ਨਜੀਬ ਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ 3 ਕਰੋੜ ਟਕਾ ਲਿਖ ਕੇ ਦੇ ਦਿੱਤਾ ਵੀ ਤੈਨੂੰ ਮੈਂ 3 ਕਰੋੜ ਦਵਾਂਗਾ ਜੇ ਤੂੰ ਮੇਰੀ ਮਦਦ ਕਰ ਦਵੇਂ। ਅਹਿਮਦ ਸ਼ਾਹ ਤਿਸ ਮਦਦ ਅਹਿਓ, ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਤੇ ਕਰੋੜਾਂ ਦੀ ਗਿਣਤੀ ਵਿੱਚ ਟਕਾ ਮਿਲ ਗਿਆ ਲਿਖਿਆ ਹੋਇਆ, ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਫੌਜ ਤਿਆਰ ਕਰ ਲਈ। ਕਹਿੰਦਾ ਚਲੋ ਦਿੱਲੀ ਨੂੰ ਚੱਲੀਏ, ਜਾ ਕਰਕੇ ਨਜੀਬ ਖਾਂ ਦੀ ਮਦਦ ਕਰੀਏ। ਆਇਓ ਆਈ ਜਬ ਇਸਕੀ ਭਈ, ਤੇ ਖਾਲਸਾ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਚੜ੍ਹਾਈ ਬਾਰੇ ਪਤਾ ਲੱਗ ਗਿਆ, ਕਿਉਂਕਿ ਅਬਦਾਲੀ ਜਦੋਂ ਵੀ ਆਉਂਦਾ ਭਾਰਤ ਨੂੰ ਲੁੱਟ ਕੇ ਜਾਂਦਾ, ਤੇ ਅਬਦਾਲੀ ਦੇ ਮੂਹਰੇ ਕੇਵਲ ਸਿੰਘ ਹੀ ਡਟਦੇ, ਹੋਰ ਕੋਈ ਵੀ ਨਾ ਡਟਦਾ। ਅਬਦਾਲੀ ਦੇ ਆਉਣ ਦੀ ਖਬਰ ਜਦੋਂ ਪਤਾ ਲੱਗੀ, ਸਿੰਘ ਟੱਬਰਨ ਭਾਜੜ ਪਈ, ਤੇ ਖਾਲਸਾ ਜੀ ਪੰਜਾਬ ਦੀ ਧਰਤੀ ਦੇ ਲੋਕਾਂ ਦੇ ਪਰਿਵਾਰਾਂ 'ਚ ਭਾਜੜਾ ਪੈ ਗਈ, ਕਿਉਂਕਿ ਇਹ ਪੰਜਾਬ ਇਹ ਹੱਦ ਸੀ। ਕਾਬਲ ਤੋਂ ਗਜਨੀ, ਅਫਗਾਨਿਸਤਾਨ, ਬਲੋਚਿਸਤਾਨ ਤੋਂ ਜਿਹੜਾ ਵੀ ਆਉਂਦਾ, ਤੈਮੂਰ ਸ਼ਾਹ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਇਹ ਜਿਹੜਾ ਵੀ ਭਾਰਤ ਨੂੰ ਲੁੱਟਣ ਲਈ ਆਉਂਦਾ ਪੰਜਾਬ ਤੋਂ ਲੰਘ ਕੇ ਆਉਂਦਾ। ਕਈ ਕਹਿੰਦੇ ਪੰਜਾਬ ਦੀ ਦੇਣ ਕੀ ਹੈ,
ਜੋ ਦੇਣ ਪੰਜਾਬ ਦੀ ਹੈ ਉਹ ਹੋਰ ਕਿਸੇ ਦੀ ਹੈ ਹੀ ਨਹੀਂ। ਜਿੰਨਾ ਸੰਘਰਸ਼ ਪੰਜਾਬ ਨੇ ਸ਼ੁਰੂ ਤੋਂ ਭਾਰਤ ਵਾਸਤੇ ਸਹਿਆ ਉਹ ਹੋਰ ਕਿਸੇ ਨੇ ਸਹਿਆ ਹੀ ਨਹੀਂ। ਜੇ ਖਾਲਸਾ ਜੀ ਆਜ਼ਾਦੀ ਦੀ ਲਹਿਰ ਸਭ ਤੋਂ ਪਹਿਲਾਂ ਕਿਸੇ ਨੇ ਚਲਾਈ ਤੇ ਪੰਜਾਬ ਨੇ ਚਲਾਈ। ਸੋ ਕਹਿੰਦੇ ਇਸ ਤਰ੍ਹਾਂ ਪੰਜਾਬ ਦੇ ਪਰਿਵਾਰਾਂ ਦੇ ਵਿੱਚ ਭਾਜੜਾਂ ਪੈ ਗਈਆਂ ਜੋ ਨੱਠ ਤੁਰਿਓ ਪਹਾੜਨ ਵੱਲ, ਤੇ ਕਹਿੰਦੇ ਕੁਝ ਲੋਕ ਪਹਾੜਾਂ ਨੂੰ ਚਲੇ ਗਏ। ਲੁੱਟੇ ਪ੍ਰਭ ਧੀਅਨ ਪੁੱਛੀ ਨਾ ਗੱਲ, ਪਰ ਜਿਹੜੇ ਪਰਿਵਾਰ ਲੈ ਕੇ ਪਹਾੜਾਂ ਨੂੰ ਗਏ ਪਹਾੜੀ ਲੋਕਾਂ ਨੇ ਉਹਨਾਂ ਨੂੰ ਲੁੱਟ ਲਿਆ। ਜੋ ਵੜ ਲੁਕੇ ਬੇਲਨ ਮੱਧ ਦਰਿਆਏ, ਤੇ ਜਿਹੜੇ ਦਰਿਆਵਾਂ ਜੰਗਲਾਂ ਵਿੱਚ ਜਾ ਕਰਕੇ ਲੁਕ ਗਏ, ਚੋਰ ਨ ਲੁੱਟੇ ਸ਼ੇਰ ਨ ਲਏ ਖਾਏ, ਜਿਹੜੇ ਜੰਗਲਾਂ 'ਚ ਲੁਕੇ ਦਰਿਆਵਾਂ 'ਚ ਉਹਨਾਂ ਨੂੰ ਜਾਂ ਲੁਟੇਰਿਆਂ ਲੁੱਟ ਲਿਆ ਜਾਂ ਫਿਰ ਬਘਿਆੜਾਂ ਸ਼ੇਰਾਂ ਨੇ ਆ ਕੇ ਮਾਰ ਦਿੱਤਾ। ਰਹੇ ਦੇਸ਼ ਮੈਂ ਹੀਏ ਕਰ ਜੋਏ, ਸੋ ਖਾਲਸਾ ਜੀ ਜਿਹੜਾ ਕੋਈ ਹੀਲਾ ਕਰਕੇ ਦੇਸ਼ ਵਿੱਚ ਰਹਿਣ ਦਾ ਯਤਨ ਕਰਦਾ, ਗਿਲਜਨ ਫੜਾਏ ਸ਼ਰੀਕਨ ਸੋਏ, ਉਹਨਾਂ ਲੋਕਾਂ ਦੇ ਸ਼ਰੀਕਾਂ ਨੇ ਸ਼ਰੀਕ ਪੂਣਾ ਕਰਕੇ ਗਿਲਜਿਆਂ ਨੂੰ ਦੱਸਣਾ ਤੇ ਗਿਲਜਿਆਂ ਨੇ ਆ ਕੇ ਮਾਰ ਦੇਣਾ। ਘਰ ਕੋ ਛੱਡ ਸਿੰਘ ਜਹ ਜਹ ਜਾਹੇ, ਤੇ ਘਰ ਨੂੰ ਛੱਡ ਕੇ ਗੁਰੂ ਕੇ ਸਿੰਘ ਜਿੱਥੇ ਵੀ ਜਾਂਦੇ, ਤਹੀਂ ਤਹੀਂ ਦੁੱਖ ਬਹੁਤੇ ਪਾਹੇ, ਭਾਵੇਂ ਜੰਗਲਾਂ ਵਿੱਚ ਜਾਂਦੇ ਭਾਵੇਂ ਪਹਾੜਾਂ ਵਿੱਚ ਜਾਂਦੇ, ਜਾ ਕੇ ਬਹੁਤ ਦੁੱਖ ਸਹਿੰਦੇ। ਦੋਹਰਾ ਜੋ ਜੰਗਲ ਮੇ ਜਾਏ ਪੁੱਜੇ ਸੋਰਲੇ ਬਿਗਾਨੇ ਬਾਰ, ਜਿਹੜਾ ਕੋਈ ਘਰ ਛੱਡ ਕੇ ਜੰਗਲਾਂ ਵਿੱਚ ਜਾਂਦਾ ਪਹਾੜਾਂ ਵਿੱਚ ਜਾਂਦਾ ਬਗਾਨੀਆਂ ਥਾਵਾਂ ਤੇ ਰੁਲ ਜਾਂਦਾ। ਨਿਹੰਗ ਸਿੰਘ ਐਸੇ ਸੁਨਿਓ ਤਉ ਮਨ ਕੀਓ ਵਿਚਾਰੋ, ਤੇ ਜਦੋਂ ਅਕਾਲ ਤਖਤ ਸਾਹਿਬ ਵਿਖੇ ਬੈਠੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘਾਂ ਦੀ ਫੌਜ ਨੇ ਸੁਣਿਆ ਵੀ ਅਬਦਾਲੀ ਚੜ ਕੇ ਆ ਰਿਹਾ ਤੇ ਅਹਿਮਦ ਸ਼ਾਹ ਅਬਦਾਲੀ ਦੇ ਡਰ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਵਿੱਚ ਭੈ ਹੈ, ਡਰ ਹੈ, ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਵਿਚਾਰ ਕੀਤੀ। ਜੋ ਪਈ ਪੜੈ ਰਹਿਰਾਸ ਲੱਗਿਓ ਪੰਥ ਦੀਵਾਨ, ਸੰਧਿਆ ਸਮੇਂ ਸੀ, ਸ਼ਾਮ ਦਾ ਵੇਲਾ ਸੀ, ਰਹਿਰਾਸ ਸਾਹਿਬ ਦਾ ਪਾਠ ਹੋਇਆ। ਰਹਿਰਾਸ ਸਾਹਿਬ ਦੇ ਪਾਠ ਹੋ ਰਹੇ ਸਨ, ਆਰਤੀ ਆਰਤੇ ਦੇ ਜਾਪ ਹੋਏ ਤੇ ਦੀਵਾਨ ਸਜਿਆ। ਅਕਾਲ ਬੁੰਗਾ ਢਿਗ ਤਖਤ ਮਕਾਨ, ਤੇ ਅਕਾਲ ਤਖਤ ਸਾਹਿਬ ਵਿਖੇ ਸਮੁੱਚੇ ਖਾਲਸੇ ਪੰਥ ਦੀ ਇਕੱਤਰਤਾਈ ਹੋਈ। ਕਰ ਗੁਰਮਤੋ ਦਿਓ ਬਹੀਰ ਤੁਰਾਏ, ਤੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੇ ਗੁਰਮਤਾ ਕਰਕੇ ਵਹੀਰ ਤੋਰ ਦਿੱਤੀ ਮਾਲਵੇ ਵੱਲ ਕਿ ਤੁਸੀਂ ਮਾਲਵੇ ਨੂੰ ਜਾਓ, ਪਰਿਵਾਰਾਂ ਨੂੰ ਲੈ ਕੇ ਅਹਿਮਦ ਸ਼ਾਹ ਅਬਦਾਲੀ ਦਾ ਟਾਕਰਾ ਮੈਂ ਕਰਾਂਗਾ। ਇਸ ਤਰ੍ਹਾਂ ਵਹੀਰ ਨੂੰ ਤੋਰ ਦਿੱਤਾ। ਛੜੀ ਫੌਜ ਕਿਛ ਰਹੀ ਉਸ ਥਾਏ, ਤੇ ਖਾਲਸਾ ਜੀ ਬਿਹੰਗਮ ਗੁਰੂ ਕੇ ਸਿੰਘ ਉਦੋਂ ਫਿਰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਟਾਕਰਾ ਕਰਨ ਵਾਸਤੇ ਬਾਬਾ ਗੁਰਬਖਸ਼ ਸਿੰਘ ਹੋਣਾ ਦੇ ਕੋਲ ਰਹਿ ਗਏ। ਤਬ ਨਿਹੰਗ ਸਿੰਘ ਬਾਤ ਉਚਾਰੀ, ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਜੀ ਸਮੁੱਚੀ ਖਾਲਸਾਈ ਫੌਜ ਨੂੰ ਵੇਖ ਕੇ ਬਚਨ ਕਰਨ ਲੱਗੇ ਹੈ ਕੋ ਸਿੰਘ ਇਸ ਪੰਥ ਮਝਾਰੀ, ਕਿ ਕੋਈ ਐਸਾ ਕੋਈ ਸੂਰਬੀਰ ਸਿੰਘ ਯੋਧਾ ਕੀ ਹਜੇ ਵੀ ਇਸ ਪੰਥ ਦੇ ਵਿੱਚ ਹੈ, ਲਾਏ ਸੀਸ ਕਰ ਦਰਗਾਹ ਪੁਕਾਰ, ਜਿਹੜਾ ਸਿਰ ਧੜ ਦੀ ਬਾਜੀ ਲਾ ਕਰਕੇ ਦਰਗਾਹ ਵਿੱਚ ਖੁਦਾ ਦੀ ਦਰਗਾਹ ਵਿੱਚ ਜਾ ਕੇ ਪੁਕਾਰ ਕਰੇ। ਸੋ ਪੁਕਾਰਿਓ ਸਮੰਨਾ ਕਰਤਾਰ, ਕਿਉਂਕਿ ਜਦੋਂ ਕੋਈ ਸ਼ਹੀਦ ਜਾ ਕੇ ਪੁਕਾਰ ਕਰਦਾ ਹੈ, ਇੱਕ ਸ਼ਹੀਦ ਦੀ ਪੁਕਾਰ ਖੁਦਾ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ। ਹਠੀਆ ਤਪੀਆ ਜਪੀਆ ਜੋਏ, ਜਿਹੜਾ ਕੋਈ ਹਠੀ ਤਪੀ ਹੋਵੇ, ਭਾਵ ਅੰਮ੍ਰਿਤ ਵੇਲੇ ਉੱਠੇ, ਨਿਤਨੇਮ ਕਰੇ, ਗੁਰੂ ਕੀ ਸੇਵਾ ਦਾ ਤਪ ਕਰੇ, ਕੋਈ ਐਸਾ ਸਿੰਘ ਸੂਰਮਾ ਹੋਵੇ, ਰਹਿਤਵਾਨ ਸਚਿਆਰ ਭੀ ਹੋਏ, ਜਿਹੜਾ ਗੁਰੂ ਕੀ ਰਹਿਤ ਮਰਿਆਦਾ ਦਾ ਪਾਲਣ ਵੀ ਕਰਦਾ ਹੋਵੇ, ਸੱਚਾ ਸੁੱਚਾ ਵੀ ਹੋਵੇ, ਸਚਿਆਰ ਹੋਵੇ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾ ਸਵਾਲ ਹੀ ਇਹ ਕੀਤਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਸਚਿਆਰ ਕਿਵੇਂ ਬਣੇ। ਸਾਡੀ ਮੰਜ਼ਿਲ ਹੀ ਇਹ ਹੈ ਵੀ ਅਸੀਂ ਸਚਿਆਰ ਬਣਨਾ ਹੈ, ਹਜੇ ਕੂੜਿਆਰ ਆ। ਕੂੜਿਆਰ ਉਦੋਂ ਤੱਕ ਹੁੰਦੇ ਆ ਜਦੋਂ ਸੰਸਾਰ ਤੱਕ ਜੁੜੇ ਆ। ਜਦੋਂ ਬੰਦਾ ਨਿਰੰਕਾਰ ਨਾਲ ਜੁੜ ਜਾਂਦਾ ਹੈ ਫਿਰ ਸਚਿਆਰ ਹੋ ਜਾਂਦਾ ਹੈ। ਸੋ ਜਦੋਂ ਸੰਸਾਰ ਨਾਲ ਜੁੜਾਂਗੇ ਕੂੜਿਆਰ ਕਹਿਲਾਵਾਂਗੇ, ਜਦੋਂ ਨਿਰੰਕਾਰ ਨਾਲ ਜੁੜਾਂਗੇ ਸਚਿਆਰ ਕਹਿਲਾਵਾਂਗੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਜਿਹੜਾ ਪਰਮਾਤਮਾ ਦੇ ਹੁਕਮ ਵਿੱਚ, ਪਰਮਾਤਮਾ ਦੇ ਭਾਣੇ ਵਿੱਚ ਚੱਲਦਾ ਹੈ, ਅਸਲ ਵਿੱਚ ਉਹੀ ਸਚਿਆਰ ਹੈ, ਹੋਰ ਕੋਈ ਵੀ ਨਹੀਂ। ਸੋ ਬਾਬਾ ਗੁਰਬਖਸ਼ ਸਿੰਘ ਕਹਿੰਦੇ ਵੀ ਕੋਈ ਐਸਾ ਸਿੱਖ ਹੋਵੇ ਜਿਹੜਾ ਰਹਿਤ ਮਰਿਆਦਾ ਰੱਖਦਾ ਹੋਵੇ,
ਜਿਹੜਾ ਕੋਈ ਸਚਿਆਰ ਹੋਵੇ, ਪਰ ਸਵਾਰਥ ਹਿਤ ਦੇਹ ਸੋ ਲਾਵੈ। ਜਿਹੜਾ ਪਰ ਸਵਾਰਥ ਦੂਸਰੇ ਦੇ ਭਲੇ ਵਾਸਤੇ ਆਪਣਾ ਸਰੀਰ ਲਾ ਦਵੇ, ਵਾਂਗ ਤਾਰੂ ਸਿੰਘ ਤੁਰਕਨ ਗਲਾਵੈ। ਜਿਹੜਾ ਭਾਈ ਤਾਰੂ ਸਿੰਘ ਦੀ ਤਰ੍ਹਾਂ ਖੋਪੜ ਤੇ ਉਤਰਵਾ ਲਵੇ ਪਰ ਸਿੱਖੀ ਨਾ ਛੱਡੇ, ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਤਰ੍ਹਾਂ ਤੁਰਕਾਂ ਨੂੰ ਗਾਲ ਦਵੇ। ਸੋ ਸਿੰਘਨ ਸੁਨਿਆ ਸੇ ਕਹਿਓ। ਉਦੋਂ ਫਿਰ ਬਾਬਾ ਗੁਰੂ ਬਖਸ਼ ਸਿੰਘ ਜੀ ਦਾ ਬਚਨ ਸੁਣ ਕੇ ਸਿੰਘ ਕਹਿਣ ਲੱਗੇ ਤੁਮ ਤੈ ਸਿੱਖ ਭਲੋ ਕੋ ਭਇਓ। ਕਿ ਜਥੇਦਾਰ ਜੀ, ਤੁਹਾਡੇ ਤੋਂ ਵੱਡਾ ਸੂਰਬੀਰ ਯੋਧਾ ਕਿਹੜਾ? ਕਿਉਂਕਿ ਬਾਬਾ ਗੁਰੂ ਬਖਸ਼ ਸਿੰਘ ਜੀ ਨੇ ਨਿਹੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ, ਜਿਸ ਮਿਸਲ ਦੇ ਬਾਬਾ ਦੀਪ ਸਿੰਘ ਪਹਿਲੇ ਮੁਖੀ ਸੀ, ਉਸੇ ਮਿਸਲ ਦੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਦੂਸਰੇ ਮੁਖੀ ਹੋਏ, ਤੇ ਦਮਦਮੀ ਟਕਸਾਲ ਦੇ ਵੀ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਹੋਏ, ਉਹ ਮਹਾਨ ਸ਼ਹੀਦ। ਇਸ ਕਰਕੇ ਸਿੰਘ ਕਹਿੰਦੇ, ਜਥੇਦਾਰ ਜੀ, ਤੁਹਾਡੇ ਤੋਂ ਵੱਡਾ ਸਚਿਆਰ, ਤੁਹਾਡੇ ਤੋਂ ਵੱਡਾ ਹਠੀ ਤਪੀ ਹੋਰ ਕੌਣ ਹੋ ਸਕਦਾ ਹੈ? ਐਸੀ ਸ਼ਕਤ ਔਰ ਕਿਸ ਮਾਹੇ। ਤੁਹਾਡੇ ਵਰਗੀ ਭਗਤੀ ਦੇ ਵਿੱਚੋਂ ਨਿਕਲੀ ਹੋਈ ਸ਼ਕਤੀ ਦੁਨੀਆ ਦੇ ਤਖਤੇ ਤੇ ਕਿਸੇ ਹੋਰ ਕੋਲ ਨਹੀਂ। ਪੂਜੈ ਪੁਕਾਰ ਜਿਸ ਸੱਚੀ ਦਰਗਾਹੇ। ਤੁਸੀਂ ਪੁਕਾਰ ਕਰੋਗੇ, ਤੁਹਾਡੀ ਪੁਕਾਰ ਖੁਦਾ ਦੀ ਸੱਚੀ ਦਰਗਾਹ ਵਿੱਚ ਸੁਣੀ ਜਾਵੇਗੀ। ਸੱਚ ਹੈ, ਅੱਜ ਵੀ ਜਿਹੜਾ ਸ਼ਹੀਦਾਂ ਦੇ ਸਥਾਨਾਂ ਤੇ ਨਮਸਕਾਰ ਕਰਦਾ, ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਬੁੰਗਾ, ਉੱਥੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦਾ ਸ਼ਹੀਦੀ ਬੁੰਗਾ। ਖਾਲਸਾ ਜੀ, ਜਿਹੜਾ ਵੀ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕਰਕੇ ਨਮਸਕਾਰਾਂ ਕਰਦਾ, ਸ਼ਹੀਦ ਖੁਦਾ ਦੀ ਦਰਗਾਹ ਵਿੱਚ ਖੁਦਾ ਦੇ ਸਾਹਮਣੇ ਪੁਕਾਰ ਕਰਕੇ ਸਿੱਖ ਦੀ ਝੋਲੀ ਵਿੱਚ ਦਾਤ ਜ਼ਰੂਰ ਪਾਉਂਦੇ ਨੇ। ਤੇ ਇਸੇ ਕਰਕੇ ਅੱਜ ਵੀ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਹੋਣਾ ਦੇ ਅਸਥਾਨ ਤੇ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ, ਕਿਉਂਕਿ ਸ਼ਹੀਦਾਂ ਦੀਆਂ ਰਹਿਮਤਾਂ ਵਰਤਦੀਆਂ। ਸੋ ਸਿੰਘ ਕਹਿਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕਿ ਤੁਹਾਡੇ ਕੋਲ ਭਗਤੀ ਦੇ ਵਿੱਚੋਂ ਨਿਕਲੀ ਸ਼ਕਤੀ ਹੈ, ਤੁਹਾਡੀ ਪੁਕਾਰ ਖੁਦਾ ਦੀ ਸੱਚੀ ਦਰਗਾਹ ਵਿੱਚ ਸੁਣੀ ਜਾਵੇਗੀ। ਦੋਹਰਾ ਸੋ ਸੁਨ ਸਿੰਘ ਜੀ ਮੰਨ ਲਈ, ਹਾਥ ਜੋਰ ਸਿਰ ਨਾਏ। ਜਦੋਂ ਗੁਰੂ ਕੇ ਖਾਲਸੇ ਪੰਥ ਨੇ ਇਸ ਤਰ੍ਹਾਂ ਬਚਨ ਕੀਤਾ, ਬਾਬਾ ਗੁਰਬਖਸ਼ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪੰਥ ਦੇ ਸਨਮੁਖ ਸੀਸ ਝੁਕਾ ਕਰਕੇ ਉਸੇ ਬਚਨ ਨੂੰ ਸੱਚ ਕਰਕੇ ਮੰਨਿਆ। ਖਾਲਸਾ ਅੱਗੇ ਜੋੜ ਹੱਥ ਗਾਨਾ ਲਿਓ ਬੰਧਾਏ। ਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਕਹਿੰਦੇ, ਖਾਲਸਾ ਜੀ, ਅੱਜ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਹੀ ਨਹੀਂ ਕਰਨਾ, ਬਲਕਿ ਆ ਗੁਰੂ ਕੇ ਸਿੰਘ ਨੇ ਹੁਣ ਮੌਤ ਦੀ ਲਾੜੀ ਵੀ ਵਿਆਹਣੀ ਹੈ। ਇਸ ਕਰਕੇ ਖਾਲਸਾ ਜੀ, ਜਿਵੇਂ ਅੱਜ ਕਿਸੇ ਦਾ ਵਿਆਹ ਹੋਵੇ, ਵਿਆਹ ਵਾਲੇ ਦਿਨ ਲਾੜੇ ਦੇ ਹੱਥ ਵਿੱਚ ਗਾਨਾ ਬੰਨਿਆ ਜਾਂਦਾ, ਕਹਿੰਦੇ ਬਾਬਾ ਗੁਰਬਖਸ਼ ਸਿੰਘ ਕਹਿੰਦੇ ਵੀ ਲਿਆਓ ਛੇਤੀ ਗਾਨਾ ਬੰਨੋ, ਤੇ ਮੈਂ ਹੁਣ ਲਾੜੀ ਮੌਤ ਦੀ ਵਿਆਹਾਂਗਾ। ਚਉਪਈ ਨਿਹੰਗ ਸਿੰਘ ਤਬ ਬਚਨ ਉਚਾਰਾ। ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਫਿਰ ਗੁਰੂ ਕਿਆਂ ਸਿੰਘਾਂ ਨੂੰ ਬਚਨ ਕੀਤਾ। ਇਹ ਜਜ਼ਬਾ ਸੀ, ਇਹ ਹੌਸਲੇ ਸੀ ਵੀ ਸਾਹਮਣੇ ਮੌਤ ਚੜ ਕੇ ਆ ਰਹੀ ਹੋਵੇ, ਤੇ ਖਾਲਸਾ ਜੀ, ਜਿਹਦੇ ਸਾਹਮਣੇ ਮੌਤ ਹੋਵੇ ਉਹਨੂੰ ਖੁਸ਼ੀਆਂ ਨਹੀਂ ਚੇਤੇ ਰਹਿੰਦੀਆਂ। ਪਰ ਬਾਬਾ ਗੁਰਬਖਸ਼ ਸਿੰਘ ਐਸੇ ਮਹਾਨ ਸ਼ਹੀਦ ਹੋਏ ਜਿਹੜੇ ਮੌਤ ਨੂੰ ਵੇਖ ਕੇ ਘਬਰਾਏ ਨਹੀਂ, ਕਹਿੰਦੇ ਮੈਂ ਤੇ ਹੁਣ ਲਾੜਾ ਬਣ ਕੇ ਆ ਲਾੜੀ ਮੌਤ ਦੀ ਵਿਆਹਾਂਗਾ। ਹੈ ਗੁਰਮੁਖ ਜੋ ਸਿੰਘ ਪਿਆਰਾ। ਤੇ ਗੁਰੂ ਕੇ ਸਿੰਘਾਂ ਨੂੰ ਫਿਰ ਬਚਨ ਕਰਕੇ ਪੁੱਛਦੇ ਆ ਵੀ ਕੋਈ ਗੁਰੂ ਕਾ ਪਿਆਰਾ ਸਿੰਘ ਹੈਗਾ? ਕਰੇ ਤਿਆਰੀ ਹਮ ਸੰਗ ਸੋਏ। ਜਿਹੜਾ ਮੇਰੇ ਨਾਲ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰੀ ਕਰ ਲਵੇ। ਮੈਂ ਲਾੜੋ ਵਹਿ ਸਰਪਾਲੋ ਹੋਏ। ਤੇ ਖਾਲਸਾ ਜੀ, ਜਿਹੜਾ ਵੀ ਜੰਗ ਦੇ ਮੈਦਾਨ ਵਿੱਚ ਮੇਰੇ ਨਾਲ ਜੂਝੇਗਾ, ਮੈਂ ਲਾੜਾ ਹੋਵਾਂਗਾ ਤੇ ਉਹ ਮੇਰਾ ਸਰਬਾਲਾ ਹੋਵੇਗਾ। ਜਿਸ ਤਰ੍ਹਾਂ ਖਾਲਸਾ ਜੀ ਵਿਆਹ ਦੇ ਵਿੱਚ ਲਾੜੇ ਦੇ ਨਾਲ ਸਰਬਾਲਾ ਹੁੰਦਾ ਨਾ, ਬਾਬਾ ਗੁਰਬਖਸ਼ ਸਿੰਘ ਕਹਿੰਦੇ ਮੈਂ ਲਾੜਾ ਬਣਾਂਗਾ, ਸਭ ਤੋਂ ਪਹਿਲਾਂ ਮੈਂ ਸ਼ਹੀਦੀ ਪਾਵਾਂਗਾ, ਤੇ ਮੇਰੇ ਨਾਲ ਜਿਹੜਾ ਸ਼ਹੀਦ ਹੋਵੇਗਾ ਉਹ ਸਰਬਾਲਾ ਹੋਵੇਗਾ। ਸੁਨਤ ਬਚਨ ਸਿੰਘ ਕਈ ਖਲੋਏ। ਤੇ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦਾ ਬਚਨ ਸੁਣ ਕੇ ਗੁਰੂ ਕੇ ਸਿੰਘ ਕਹਿੰਦੇ ਸਾਰੇ ਹੀ ਖੜੇ ਹੋ ਗਏ, ਇੱਕ ਵੀ ਨਾ ਬੈਠਿਆ ਰਿਹਾ। 30 ਸਿੰਘ ਸੀ, 30 ਦੇ 30 ਖੜੇ ਹੋ ਗਏ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਕਿ ਅਸੀਂ ਸਰਬਾਲਾ ਬਣ ਕੇ ਤੁਹਾਡੇ ਨਾਲ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪਾਵਾਂਗੇ।
ਕਰ ਕੁਰਨਸ਼ ਸਿੰਘ ਚਰਨ ਪਰਸੋਏ। ਤੇ ਖਾਲਸਾ ਜੀ ਦੋਵੇਂ ਹੱਥ ਜੋੜ ਕੇ ਬਾਬਾ ਗੁਰਬਖਸ਼ ਸਿੰਘ ਨੂੰ ਨਮਸਕਾਰ ਕਰਕੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਉਨ ਸਿੰਘਨ ਤਬ ਐਸੀ ਉਚਾਰਾ। ਤੇ ਗੁਰੂ ਕਿਆ ਸਿੰਘਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੇਖ ਕੇ ਬਚਨ ਕੀਤਾ। ਹਮ ਚਾਹਤ ਤੇ ਬਚਨ ਤੁਮਾਰਾ। ਕਹਿੰਦੇ ਬਾਬਾ ਜੀ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਸੀ ਵੀ ਤੁਸੀਂ ਸਾਨੂੰ ਹੁਕਮ ਕਰ ਦਿਓ ਤੇ ਅਸੀਂ ਸ਼ਹੀਦੀਆਂ ਪਾਈਏ। ਅਸੀਂ ਤਾਂ ਤੁਹਾਡੇ ਬਚਨ ਨੂੰ ਪਹਿਲਾਂ ਹੀ ਸੁਣਨ ਵਾਸਤੇ ਤਰਸ ਰਹੇ ਸਾਂ, ਤੁਸੀਂ ਬਚਨ ਕਰ ਦਿੱਤਾ, ਹੁਣ ਤਾਂ ਅਸੀਂ ਤੁਹਾਡੇ ਨਾਲ ਹੀ ਸਿਰ ਧੜ ਦੀ ਬਾਜੀ ਲਾ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਲੇਖੇ ਆਪਣੇ ਸਰੀਰ ਲਾਵਾਂਗੇ। ਸਿੰਘਨ ਦੇਖ ਸਿੰਘ ਔਰ ਭਏ ਖੜੇ। ਇਸ ਤਰ੍ਹਾਂ ਖਾਲਸਾ ਜੀ ਜਦੋਂ ਇੱਕ ਸਿੰਘ, ਫਿਰ ਦੋ ਸਿੰਘ, ਫਿਰ ਤਿੰਨ, ਫਿਰ ਚਾਰ, ਵੇਖਦੇ ਵੇਖਦੇ ਸਾਰੇ ਸਿੰਘ ਹੀ ਸ਼ਹੀਦੀਆਂ ਪਾਉਣ ਲਈ ਖੜੇ ਹੋ ਗਏ। ਤੁਮ ਲਾੜੇ ਹਮ ਹੋਏ ਜੰਜ ਚੜੇ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸਾਰੇ ਗੁਰੂ ਕੇ ਸਿੰਘ ਹੱਸ ਕੇ ਕਹਿੰਦੇ ਬਾਬਾ ਜੀ ਤੁਸੀਂ ਲਾੜਾ ਬਣੋ, ਅਸੀਂ ਤੁਹਾਡੇ ਬਰਾਤੀ ਬਣਾਂਗੇ। ਇਹ ਖਾਲਸਾ ਜੀ ਇਹ ਹੌਸਲਾ ਸੀ, ਜਜ਼ਬਾ ਸੀ ਕਿ ਮੌਤ ਨੂੰ ਮਖੌਲ ਕਰ ਰਹੇ ਨੇ ਗੁਰੂ ਕੇ ਸਿੰਘ। ਜਦੋਂ ਮੌਤ ਆਉਂਦੀ ਹੈ ਕਿਸੇ ਨੂੰ ਹਾਸੇ ਨਹੀਂ ਸੁੱਝਦੇ, ਪਰ ਇਹ ਗੁਰੂ ਕੇ ਸਿੰਘ ਹੀ ਆ ਜਿਹੜੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਵੀ ਆਪਸ ਵਿੱਚ ਇੱਕ ਦੂਸਰੇ ਨਾਲ ਮੌਤ ਨੂੰ ਮਖੌਲ ਕਰਦੇ ਨੇ, ਮੌਤ ਨੂੰ ਵੀ ਹਾਸੇ ਕਰਦੇ। ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਨੂੰ ਕਹਿੰਦੇ ਤੁਸੀਂ ਲਾੜਾ ਬਣੋ, ਅਸੀਂ ਸਰਬਾਲੇ ਬਣਾਂਗੇ, ਬਰਾਤੀ ਬਣਾਂਗੇ ਤੇ ਅੱਜ ਸਾਰੀ ਲਾੜੀ ਮੌਤ ਦੀ ਵਿਆਹਾਂਗੇ। ਤਬ ਨਿਹੰਗ ਸਿੰਘ ਐਸੇ ਕਹਿਓ। ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਬਚਨ ਕੀਤਾ। ਯਾ ਕੋ ਫਲ ਜਨਮ ਆਗਿਆ ਲਹਿਓ। ਬਾਬਾ ਗੁਰਬਖਸ਼ ਸਿੰਘ ਕਹਿੰਦੇ ਜਿਹੜਾ ਵੀ ਇਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਲੇਖੇ ਤਨ ਲਾਵੇਗਾ, ਜਿਹੜਾ ਸ਼ਹੀਦੀ ਪਾਵੇਗਾ, ਉਹਦਾ ਫਲ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਅਗਲੇ ਜਨਮ ਵਿੱਚ ਉਹਨੂੰ ਜ਼ਰੂਰ ਮਿਲੇਗਾ। ਸੀਸ ਲਾਏ ਹਮ ਕਰੈ ਬਿਆਹੇ। ਜਿਹੜਾ ਵੀ ਸਿਰ ਲਾ ਕਰਕੇ ਲਾੜੀ ਮੌਤ ਦੀ ਵਿਆਹਵੇਗਾ, ਬਹੁ ਪਤਸ਼ਾਹੀ ਅਸੀਂ ਲੇਹ ਪ੍ਰਣਾਏ। ਉਹਨੂੰ ਅਗਲੇ ਸਮੇਂ ਵਿੱਚ ਕਲਗੀਧਰ ਪਾਤਸ਼ਾਹ ਦੀ ਦਰਗਾਹੀ ਪਾਤਸ਼ਾਹੀ ਨਸੀਬ ਹੋਵੇਗੀ। ਹਮਰਾ ਸੰਗ ਜੋ ਜਾਈ ਲੋਗ। ਜਿਹੜਾ ਵੀ ਮੇਰੇ ਨਾਲ ਲਾੜੀ ਮੌਤ ਦੀ ਵਿਆਹਣ ਵਾਸਤੇ ਬਰਾਤੀ ਬਣੇਗਾ, ਪਤਸ਼ਾਹੀਓ ਵੱਡੋ ਉਹ ਵੀ ਹੋਗ। ਤੇ ਦੁਨੀਆ ਦੇ ਬਾਦਸ਼ਾਹਾਂ ਤੋਂ ਵੀ ਵੱਡਾ ਰੁਤਬਾ ਹਾਸਲ ਕਰ ਲਵੇਗਾ। ਖਾਲਸਾ ਜੀ ਦੁਨੀਆ ਦੇ ਤਖਤੇ ਦੇ ਉੱਤੇ ਬਾਦਸ਼ਾਹਾਂ ਨੂੰ ਕੋਈ ਚੇਤੇ ਨਹੀਂ ਕਰਦਾ। ਜਿਹੜੇ ਬਾਦਸ਼ਾਹ ਕਿਸੇ ਰੱਬੀ ਪੁਰਸ਼ ਨੂੰ ਮਾਰਨਾ ਚਾਹੁੰਦੇ ਆ, ਉਹ ਬਾਦਸ਼ਾਹ ਇੱਕ ਸਮੇਂ ਤੱਕ ਹੁੰਦਾ ਹੈ, ਉਹਦੇ ਮਰਨ ਤੋਂ ਬਾਅਦ ਉਸ ਬਾਦਸ਼ਾਹ ਦੀ ਕੋਈ ਬਾਤ ਨਹੀਂ ਪੁੱਛਦਾ। ਪਰ ਜਿਹੜਾ ਕੋਈ ਸ਼ਹੀਦ ਹੋ ਕੇ ਆਪਣੇ ਤਨ ਦਾ ਲਹੂ ਧਰਤੀ ਤੇ ਡੋਲਦਾ ਹੈ, ਜਿਸ ਧਰਤੀ ਦੇ ਉੱਤੇ ਕਿਸੇ ਦੇ ਸਰੀਰ ਦਾ ਲਹੂ ਡੁੱਲਿਆ ਹੋਵੇ, ਉਹ ਸਰੀਰ ਦੇ ਲਹੂ ਨੂੰ ਕੋਈ ਮਿਟਾਉਣ ਦੀ ਤਾਕਤ ਨਹੀਂ ਰੱਖਦਾ। ਇਹੋ ਕਾਰਨ ਹੈ ਵੀ ਜਿਹੜਾ ਔਰੰਗਜ਼ੇਬ ਜਿਸ ਲਾਲ ਕਿਲੇ ਦੇ ਉੱਤੇ ਬੈਠ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਹਸਤੀ ਨੂੰ ਮਟਾਉਣਾ ਚਾਹੁੰਦਾ ਸੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਆਵਾਜ਼ ਬੰਦ ਕਰਨੀ ਚਾਹੁੰਦਾ ਸੀ, ਉਹ ਔਰੰਗਜ਼ੇਬ ਦਾ ਨਾਮੋ ਨਿਸ਼ਾਨ ਨਹੀਂ, ਉਹ ਲਾਲ ਕਿਲੇ ਦੀਆਂ ਕੰਧਾਂ ਸੁੰਨੀਆਂ ਪਈਆਂ। ਪਰ ਖਾਲਸਾ ਜੀ ਅੱਜ ਭਾਰਤ ਦੀ ਧਰਤੀ ਤੇ ਜਿਹੜੇ ਲਾਲ ਕਿਲੇ ਦੇ ਉੱਤੋਂ ਗੁਰੂ ਤੇਗ ਬਹਾਦਰ ਜੀ ਨੂੰ ਖਤਮ ਕਰਨ ਦੇ ਫਤਵੇ ਜਾਰੀ ਹੋਏ ਸੀ, ਅੱਜ ਦੇ ਦਿਨ ਭਾਰਤ ਦੀ ਧਰਤੀ ਤੇ ਉਸੇ ਲਾਲ ਕਿਲੇ ਦੇ ਉੱਤੇ ਗੁਰੂ ਖਾਲਸਾ ਪੰਥ ਦੇ ਨਿਸ਼ਾਨ ਸਾਹਿਬਾਂ ਦੀ ਤਾਬਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਗੁਰੂ ਤੇਗ ਬਹਾਦਰ ਦੇ ਨਾਮ ਦੀਆਂ ਗੁੰਜਾਰਾਂ ਪੈ ਰਹੀਆਂ। ਤੇ ਜਿਹੜਾ ਔਰੰਗਜ਼ੇਬ ਤਖਤ ਤੇ ਬੈਠ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦਾ ਸੀ, ਉਸ ਔਰੰਗਜ਼ੇਬ ਦਾ ਕੋਈ ਨਾਮ ਨਹੀਂ ਲੈ ਰਿਹਾ, ਪਰ ਲਾਲ ਕਿਲੇ ਦੀ ਕੱਲੀ ਕੱਲੀ ਕੰਧ ਦੇ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੀਆਂ ਗੁੰਜਾਰਾਂ ਪੈ ਰਹੀਆਂ। ਇਸੇ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦਾ, ਮੀਰ ਮੰਨੂ ਦਾ, ਮੱਸੇ ਰੰਗੜ ਦਾ ਖਾਲਸਾ ਜੀ ਕੋਈ ਨਾਮ ਨਹੀਂ ਪੁੱਛਦਾ, ਖਾਨ ਬਹਾਦਰ ਨੂੰ ਕੋਈ ਪੁੱਛਦਾ ਨਹੀਂ, ਪਰ ਧੰਨ ਬਾਬਾ ਦੀਪ ਸਿੰਘ ਨੂੰ ਅੱਜ ਵੀ ਸਿਰ ਝੁਕਦਾ, ਧੰਨ ਭਾਈ ਤਾਰੂ ਸਿੰਘ ਨੂੰ ਅੱਜ ਵੀ ਸਿਰ ਝੁਕਦਾ, ਧੰਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਨੂੰ ਅੱਜ ਵੀ ਸਿਰ ਝੁਕਦਾ, ਤੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਅੱਜ ਵੀ ਸਿਰ ਝੁਕਦਾ। ਜਿਹੜਾ ਸ਼ਹੀਦ ਹੁੰਦਾ ਹੈ, ਸ਼ਹੀਦ ਦੀ ਐਸੀ ਹਸਤੀ ਹੁੰਦੀ ਹੈ, ਸਦਾ ਸਦਾ ਦੁਨੀਆ ਦੇ ਤਖਤੇ ਤੇ ਕਾਇਮ ਰਹਿੰਦੀ ਹੈ। ਦੋਹਰਾ ਸਮਰ ਸੀਸ ਸਨਮੁਖ ਦਏ, ਹੋਏ ਭੂਪ ਪਾਏ ਬਡਰਾਜ। ਤੇ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ
ਵੀ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਸਨਮੁਖ ਹੋ ਕਰਕੇ ਧਰਮ ਵਾਸਤੇ ਸਿਰ ਧੜ ਦੀ ਬਾਜੀ ਲਾਉਂਦਾ, ਉਹ ਸਮੇਂ ਦੇ ਵਿੱਚ ਪਾਤਸ਼ਾਹ ਬਾਦਸ਼ਾਹਾਂ ਤੋਂ ਵੀ ਵੱਡਾ ਕਹਿਲਾਉਂਦਾ। ਉਸ ਸਤੋਤਰ ਚੰਡੀ ਮੈਂ ਕਹੀ ਸ੍ਰੀ ਸਤਿਗੁਰ ਮੁਖ ਵਾਜ। ਇਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਸਤੋਤਰ ਚੰਡੀ ਚਰਿੱਤਰ ਦੇ ਵਿੱਚ ਆਪ ਕੀਤਾ ਹੈ। ਜੋ ਪਈ ਸਮਰ ਸਾਮੋਹ ਸੀਸ ਤੋਪੈ ਚੜਾਵੈ। ਸਮਰ ਸਾਮੋਹੇ ਸੀਸ ਤੋਂ ਪਾਹੇ ਚੜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਵੀ ਜੰਗ ਦੇ ਮੈਦਾਨ ਵਿੱਚ ਜੇ ਕੋਈ ਸੂਰਮਾ ਸਾਹਮਣੇ ਹੋ ਕਰਕੇ ਆਪਣੇ ਸਿਰ ਧੜ ਦੀ ਬਾਜੀ ਲਾਉਂਦਾ ਹੈ, ਮਹਾ ਭੂਪ ਹੋਇਆ ਉਤਰੈ ਰਾਜ ਪਾਵੈ। ਤੇ ਬਾਦਸ਼ਾਹਾਂ ਦੇ ਬਾਦਸ਼ਾਹਾਂ ਤੋਂ ਵੀ ਵੱਡਾ ਰੁਤਬਾ ਹਾਸਲ ਹੁੰਦਾ ਹੈ, ਤੇ ਦੁਨੀਆ ਦੇ ਬਾਦਸ਼ਾਹ ਉਸ ਸ਼ਹੀਦ ਦੇ ਤਖਤ ਦੇ ਸਾਹਮਣੇ ਆ ਕੇ ਝੁਕ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਦੇ ਤਖਤ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਅੱਜ ਵੀ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ। ਉਸੇ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਸ਼ਹੀਦੀ ਬੁੰਗਿਆਂ ਤੇ ਨਮਸਕਾਰਾਂ ਕਰਨ ਵਾਲਿਆਂ ਦੀ ਗਿਣਤੀ ਨਹੀਂ ਗਿਣੀ ਜਾਂਦੀ। ਸੋ ਕਲਗੀਧਰ ਜੀ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਸਿਰ ਧੜ ਦੀ ਬਾਜੀ ਲਾਉਂਦਾ ਹੈ, ਬਾਦਸ਼ਾਹ ਤੋਂ ਵੀ ਵੱਡਾ ਰੁਤਬਾ ਪ੍ਰਾਪਤ ਹੁੰਦਾ ਹੈ। ਹੋਏ ਸਤ ਤਿਮ ਜਿਮ ਗੁਰ ਆਖਾ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਜੋ ਕਲਗੀਆਂ ਵਾਲੇ ਨੇ ਬਚਨ ਕੀਤੇ ਉਹ ਸਦਾ ਅਟਲ ਰਹਿਣਗੇ। ਯਹੀ ਬਚਨ ਗੁਰਬਖਸ਼ ਸਿੰਘ ਪਾਖਾ। ਇਹੀ ਬਚਨ ਅੱਜ ਬਾਬਾ ਗੁਰਬਖਸ਼ ਸਿੰਘ ਜੀ ਨੇ ਸਿੰਘਾਂ ਨੂੰ ਯਾਦ ਕਰਾਇਆ। ਤਉ ਲੋ ਪੁਜਿਓ ਸ਼ਾਹ ਆਏ ਲਾਹੌਰ। ਖਾਲਸਾ ਜੀ ਉਧਰੋਂ ਕਾਬਲ ਤੋਂ ਚੱਲ ਕੇ ਅਹਿਮਦ ਸ਼ਾਹ ਅਬਦਾਲੀ ਹੁਣ ਲਾਹੌਰ ਪਹੁੰਚ ਗਿਆ। ਚੱਲਿਓ ਚਾਹਤ ਥੋ ਦਿੱਲੀ ਔਰ। ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨਜੀਬ ਖਾਂ ਦੀ ਮਦਦ ਵਾਸਤੇ ਦਿੱਲੀ ਜਾਣਾ ਚਾਹੁੰਦਾ ਸੀ। ਸ੍ਰੀ ਅੰਮ੍ਰਿਤਸਰ ਸਿੰਘ ਉਨ ਸੁਨੇ। ਤੇ ਖਾਲਸਾ ਜੀ ਜਦੋਂ ਅਬਦਾਲੀ ਨੂੰ ਪਤਾ ਲੱਗਾ ਵੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਕਾ ਖਾਲਸਾ ਪੰਥ ਇਕੱਤਰਤ ਹੋਇਆ ਹੈ, ਪਰਿਓ ਚਾਹਤ ਸੋ ਪਰ ਉਨੇ। ਤੇ ਅਬਦਾਲੀ ਕਹਿੰਦਾ ਵੀ ਦਿੱਲੀ ਜਾਣ ਤੋਂ ਪਹਿਲਾਂ ਇਹਨਾਂ ਗੁਰੂ ਕਿਆਂ ਸਿੰਘਾਂ ਦੇ ਨਾਲ ਟਾਕਰਾ ਕਰ ਲਈਏ। ਸੁਣ ਅਵਾਈ ਕੰਮ ਦਿਲ ਨੱਠ ਗਏ। ਖਾਲਸਾ ਜੀ ਜਦੋਂ ਪੰਜਾਬ ਦੇ ਲੋਕ ਆਮ ਲੋਕਾਈ ਨੂੰ ਪਤਾ ਲੱਗਾ ਵੀ ਅਬਦਾਲੀ ਆ ਰਿਹਾ, ਕੁਝ ਲੋਕ ਵਾਪਸ ਇੱਧਰ ਉੱਧਰ ਚਲੇ ਗਏ, ਲੁਕ ਗਏ। ਗੁਰਬਖਸ਼ ਸਿੰਘ ਸਗਵਾ ਤੋਰ ਦਏ। ਕਹਿ ਲੋ ਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਖੁਦ ਹੀ ਆਮ ਲੋਕਾਂ ਨੂੰ ਕਹਿ ਦਿੱਤਾ ਕਿ ਹੁਣ ਇੱਥੇ ਜੰਗ ਹੋਣਾ ਤੇ ਤੁਸੀਂ ਅੰਮ੍ਰਿਤਸਰ ਦੀ ਧਰਤੀ ਛੱਡ ਕੇ ਚਲੇ ਜਾਓ। ਉਤੇ ਭੁਜੰਗੀ ਜੋ ਗੁਰਲਾਲ। ਤੇ ਜਿਹੜੇ ਗੁਰੂ ਕੇ ਭੁਜੰਗੀ ਗੁਰੂ ਕੇ ਸਿੰਘ ਸੂਰਮੇ ਸਨ, ਹੋਨ ਸ਼ਹੀਦ ਕਿਛ ਰਹੇ ਸਿੰਘ ਨਾਲ। ਉਹ ਸ਼ਹੀਦੀਆਂ ਪਾਉਣ ਵਾਸਤੇ ਬਾਬਾ ਗੁਰਬਖਸ਼ ਸਿੰਘ ਦੇ ਨਾਲ ਡਟ ਗਏ। ਕਿਸੈ ਪੁਸ਼ਾਕ ਥੀ ਨੀਲੀ ਸਜਾਈ। ਕਿਸੇ ਨੇ ਤਨ ਦੇ ਉੱਤੇ ਨੀਲਾ ਬਾਣਾ ਧਾਰਨ ਕੀਤਾ, ਕਿਨੈ ਸੇਤ ਕਿਸੈ ਕੇਸਰੀ ਰੰਗਵਾਈ। ਕਿਸੇ ਗੁਰੂ ਕੇ ਸਿੰਘ ਨੇ ਸਫੇਦ ਬਾਣਾ ਪਾਇਆ ਤੇ ਕਿਸੇ ਗੁਰੂ ਕੇ ਸਿੰਘ ਨੇ ਕੇਸਰੀ ਬਾਣਾ ਪਾਇਆ। ਇਸ ਤਰ੍ਹਾਂ ਸਾਰੇ ਪੁਸ਼ਾਕੇ ਤਣ ਤੇ ਸਜਾ ਕੇ ਸ਼ਹੀਦੀਆਂ ਪਾਉਣ ਦੀ ਤਿਆਰੀ ਕਰਦੇ। ਤੇ ਜੋ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ ਅੱਜ ਲਾੜੀ ਮੌਤ ਦੀ ਵਿਆਹਣੀ ਹੈ, ਗਾਨੇ ਬਣ ਕੇ ਸਿਹਰਾ ਬਣ ਕੇ ਫੇਰ ਹੀ ਵਿਆਹਾਂਗੇ, ਤੇ ਸਾਡੇ ਨਾਲ ਬਰਾਤੀ ਵੀ ਤਿਆਰ ਹੋ ਜਾਣ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ। ਸੋ ਇਸ ਤਰ੍ਹਾਂ ਮੌਤ ਨੂੰ ਗੁਰੂ ਕੇ ਸਿੰਘ ਮਖੌਲਾਂ ਕਰਦੇ। ਕਿਸ ਤਰ੍ਹਾਂ ਸ਼ਹੀਦੀ ਹੋਏਗੀ ਆਪਾਂ ਕੱਲ ਸਰਵਣ ਕਰਾਂਗੇ। ਆਓ ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਕਰੀਏ। ਪਹਿਲਾਂ ਉਹਨਾਂ ਦੇ ਜੀਵਨ ਬਾਰੇ ਆਪ ਜੀ ਨਾਲ ਸਾਂਝ ਪਾਈ ਦਿੱਤੀ ਹੈ, ਪਰ ਸਤਿਗੁਰੂ ਦਾ ਅੱਜ ਪ੍ਰਕਾਸ਼ ਪੁਰਬ ਹੈ। ਇੱਕ ਵਾਰ ਪਿਆਰ ਨਾਲ ਭਿੱਜ ਕੇ ਗੁਰੂ ਤੇਗ ਬਹਾਦਰ ਜੀ ਨੂੰ ਆਵਾਜ਼ ਲਾਈਏ, ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਜੋ ਕਲਗੀਆਂ ਵਾਲੇ ਨੇ ਬਚਨ ਕੀਤੇ ਵੀ ਤੇਗ ਬਹਾਦਰ ਸਿਮਰਿਆ ਘਰ ਨਉ ਨਿਦਾਵੈ ਧਾਏ। ਧਾਏ ਸ਼ਬਦ ਵਰਤਿਆ, ਆਏ ਨਹੀਂ ਵਰਤਿਆ। ਧਾਏ ਸ਼ਬਦ ਦਾ ਮਤਲਬ ਧਾਵਾ ਬੋਲ ਕੇ ਆ ਜਾਣਾ। ਖਾਲਸਾ ਜੀ ਜਿਹੜੀ ਚੀਜ਼ ਆ ਰਹੀ ਹੋਵੇ, ਕੋਈ ਸੱਜਣ ਮਿੱਤਰ ਘਰੇ ਆਇਆ ਹੋਵੇ ਨਾ, ਘਰ ਦੇ ਬੂਹੇ ਬੰਦ ਕਰ ਦੋ ਤੇ ਵਾਪਸ ਚਲਿਆ ਜਾਵੇਗਾ। ਪਰ ਜਦੋਂ ਕੋਈ ਕਿਸੇ ਤੇ ਧਾਵਾ ਬੋਲ ਕੇ ਚੜ ਕੇ ਜਾਂਦਾ ਸੀ ਨਾ, ਫਿਰ ਕਹਿੰਦੇ ਭਾਵੇਂ ਕਿਲੇ ਦੇ ਮਜ਼ਬੂਤ ਬੂਹੇ ਵੀ ਬੰਦ ਕੀਤੇ ਹੋਣ, ਜਿਨੇ ਧਾਵਾ ਬੋਲਿਆ ਹੋਵੇ ਉਹਨੂੰ ਕਿਲੇ ਦੀਆਂ ਕੰਧਾਂ ਵੀ ਰੋਕ ਨਹੀਂ ਸਕਦੀ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖਾ, ਜਦੋਂ ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਵੇਂਗਾ, ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਭਾਵੇਂ ਤੂੰ ਵੀ ਨਾ ਚਾਹੁੰਦਾ ਹੋਵੇ, ਪਰ ਦੁਨੀਆ ਦੀਆਂ ਸੁੱਖ ਸਹੂਲਤਾਂ ਤੇਰੇ ਘਰ ਦੇ ਵਿੱਚ ਧਾਵਾ ਬੋਲ ਕੇ ਆ ਜਾਣਗੀਆਂ। ਸੋ ਆਓ ਇੱਕ ਵਾਰ ਸਾਰੇ ਪਿਆਰ ਦੇ ਨਾਲ ਪੜੋ, ਤੇਗ ਬਹਾਦਰ ਸਿਮਰਿਐ
ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਕਰ ਨਉ ਨਿਦ ਆਵੈ ਧਾਇ, ਕਰ ਨਉ ਨਿਦ ਆਵੈ ਧਾਇ। ਘਰ ਨਉ ਨਿਦ ਆਵੈ ਧਾਇ, ਘਰ ਨਉ ਨਿਦ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਐਸੇ ਦੀਨ ਦਿਆਲ ਸਤਿਗੁਰੂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਸੋ ਆਓ ਇਤਨੀ ਬੇਨਤੀ ਪ੍ਰਵਾਨ ਕਰਨੀ। ਬਹੁਤ ਹੀ ਸਤਿਕਾਰਯੋਗ ਭਾਈ ਸੁਖਪ੍ਰੀਤ ਸਿੰਘ ਹੋਣਾ ਦੇ ਢਾਡੀ ਜਥੇ ਪਾਸੋਂ ਵੀਰ ਰਸ 12 ਸਤਿਗੁਰੂ ਦੇ ਪ੍ਰਸੰਗ ਸਰਵਣ ਕਰੀਏ। ਤੇ ਜੋ ਪੰਥ ਪ੍ਰਕਾਸ਼ ਦੀ ਕਥਾ 3 ਮਹੀਨਿਆਂ ਤੋਂ ਇਸ ਸਥਾਨ ਤੇ ਚੱਲ ਰਹੀ ਸੀ, ਉਹਦੀ ਸਮਾਪਤੀ ਪਰਸੋਂ ਸ਼ਨੀਵਾਰ ਨੂੰ ਇਸੇ ਸਮੇਂ ਇਸੇ ਸਥਾਨ ਤੇ ਕੀਤੀ ਜਾਵੇਗੀ। ਸ਼ੁਕਰਾਨਾ ਸਮਾਗਮ ਪ੍ਰਬੰਧਕਾਂ ਵੱਲੋਂ ਲਿਖਿਆ, ਕਿਉਂਕਿ ਸ਼ਹੀਦਾਂ ਦੇ ਇਤਿਹਾਸ ਦੀ ਕਥਾ ਹੋਈ ਹੈ, ਸ਼ਹੀਦਾਂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ। ਉਸ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ, ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ। ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਵਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੇ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੂ, ਮੈਂ ਨਿਰਗੁਣ ਗੁਣ ਨਹੀਂ। ਕੋਇ ਨਾਨਕ ਦੀਜੈ ਨਾਮ ਦਾਨ, ਰਾਖਉ ਹਿਆ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ, ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ। ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਰਬੱਤ ਸਾਧ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਪ੍ਰਕਾਸ਼ ਦੀ ਚੱਲਣੀ ਲੜੀਵਾਰ ਕਥਾ ਸਰਵਣ ਕਰਾ ਰਹੇ ਸਨ। ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜ